दुनियादारी है ਅਸੀਂ ਕਿਸੇ ਇੱਥੇ ਗਰੀਬ ਨੇ ਵੀ ਆਉਣਾ ਇੱਥੇ ਅਮੀਰ ਨੇ ਵੀ ਆਉਣਾ ਪਰ ਕਿਸੇ ਗਰੀਬ ਦੇ ਨਾਲ ਅੱਜ ਤੁਸੀਂ ਸਾਡਾ ਕੀਤਾ ਅਸੀਂ ਨਹੀਂ ਬੋਲਾਂਗੇ ਤੁਸੀਂ ਕੱਲ ਨੂੰ ਕਿਸੇ ਹੋਰ ਨਾਲ ਧੱਕਾ ਕਰੋਗੇ ਕਿਸੇ ਹੋਰ ਦੇ ਪੈਸੇ ਖਾਓਗੇ ਮੈਂ ਇਹ ਗੱਲ ਕੈਮਰੇ ਦੀ ਫੁਟੇਜ ਕਢਾ ਕੇ ਦੇਖ ਸਕਦੇ ਹੋ ਅੰਦਰ ਕੁੜੀ ਦੇ ਇੱਕ ਇੰਜੈਕਸ਼ਨ ਲੱਗਾ ਆ ਇੰਨੀਆਂ ਮੈਡੀਸਿਨਸ ਇਹਨਾਂ ਨੇ ਪਾਈਆਂ ਹੀ ਲਾਈਆਂ ਆ 40 ਮਿੰਟ ਚ ਤੁਸੀਂ ਦੱਸ ਸਕਦੇ ਹੋ ਇੰਨੀਆਂ ਮੈਡੀਸਿਨ ਯੂਜ਼ ਕਰ ਸਕਦਾ ਬੰਦਾ ਔਰ ਸਾਰੀਆਂ ਮੈਡੀਸਿਨ ਦਾ ਬਿੱਲ ਪਾਇਆ ਚਲੋ ਉਹ ਤੇ ਅਸੀਂ ਉਹ ਵੀ ਨਹੀਂ ਕਹਿੰਦੇ ਪਰ ਆਪਣੀ ਗਲਤੀ ਤਾਂ ਮੰਨੋ ਆਪਣੀ ਗਲਤੀ ਮੰਨ ਲਓ ਗੱਲ ਖਤਮ ਮੈਂ ਇਹਨਾਂ ਕੋਲ ਬੈਠ ਕੇ ਗੱਲ ਕਰਨ ਆਇਆ ਪਰ ਇਹਨਾਂ ਦਾ ਇੱਕ ਵਰਕਰ ਆ ਉੱਪਰ ਅਕਾਊਂਟ 'ਚ ਬੈਠਾ ਨਹੀਂ ਪਹਿਲਾਂ ਕਾਫੀ ਸਮੇਂ ਤੋਂ ਤੁਹਾਨੂੰ ਵੀ ਕਿੰਨਾ ਟਾਈਮ ਇੱਥੇ ਖੜਿਆਂ ਨੂੰ ਹੋ ਗਿਆ ਆਪਸ 'ਚ ਬੈਂਸਦਿਆਂ ਨੂੰ ਅਸੀਂ ਵੀ ਇੱਥੇ ਖੜੇ ਸੀ ਅਸੀਂ ਕਰ ਵੀ ਰਹੇ ਸੀ ਸਾਰਾ ਦਿਖਾਇਆ ਬੈਂਸ ਉਹਨਾਂ ਦੀ ਉਹਦੇ ਦੌਰਾਨ ਉਹ ਤੁਹਾਡਾ ਜਦੋਂ ਉਹਨਾਂ ਨੂੰ ਪਤਾ ਲੱਗਾ ਮੀਡੀਆ ਆ ਗਿਆ ਫਿਰ ਉਹ ਚਲੇ ਕਿਉਂ ਗਏ ਜੇ ਉਹ ਚੋਰ ਨਹੀਂ ਸੀ ਉਹੀ ਗੱਲ ਆ ਜਿਹੜਾ ਚੋਰ ਅਸੀਂ ਇੱਥੇ ਖੜੇ ਨਾ ਹੁਣ ਵੀ ਉਹਨਾਂ ਦੇ ਦਿਲ 'ਚ ਚੋਰ ਉਹਨਾਂ ਨੇ ਜਿਹੜਾ ਇੱਥੇ ਦਾ ਐਮਡੀ ਹੈ ਨਾ ਉਹਨੇ ਇਹ ਚੀਜ਼ ਅਕਾਊਂਟਸ ਮੈਨੇਜਰ ਨੂੰ ਸੈਟਿੰਗ ਕੀਤੀ ਹੋਈ ਹੈ ਜੇ ਕੋਈ ਰੌਲਾ ਪੈਂਦਾ ਪੈਸੇ ਦੇ ਤੇ ਗੱਲ ਨੂੰ ਸੌਟ ਆਊਟ ਕਰ ਦੇ ਮੈਂ ਉਹਦੇ ਆਫਿਸ 'ਚ ਗਿਆ ਵਾਂ ਉਹਦੇ ਆਫਿਸ 'ਚ ਗਿਆ ਉਹ ਮੈਨੂੰ ਅੱਗੋਂ ਜਾ ਕੇ ਇਹ ਗੱਲ ਕਹਿ ਰਿਹਾ ਵੀ ਤੁਸੀਂ ਪੈਸੇ ਮੈਨੂੰ ਤੇ ਗੱਲ ਨਾਮ ਪਤਾ ਐਮਡੀ ਦਾ ਨਾਮ ਐਮਡੀ ਦਾ ਨਾਮ ਨਹੀਂ ਮੈਨੂੰ ਪਤਾ ਕਿਸੇ ਨਾ ਕਿਸੇ ਨੇ ਦੇਖੋ ਇੱਕ ਵਰਕਰ ਆ ਮੇਰੇ ਕੋਲ ਵਰਕਰ ਕੰਮ ਕਰਦਾ ਮੈਂ ਉਹਨੇ ਆਪਣੀ ਜੇਬ 'ਚੋਂ ਪੈਸੇ ਨਹੀਂ ਦੇਣੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਸੀ ਉਹਨਾਂ ਨੂੰ ਕਿ ਅਸੀਂ ਉਹਨਾਂ ਤੇ ਕਾਰਵਾਈ ਕਰਵਾਉਣੀ ਜਿਹੜਾ ਸਾਨੂੰ ਆ ਕੇ ਕਹਿ ਕੇ ਗਿਆ ਕਿ ਪੈਸੇ ਦੀ ਸੈਟਿੰਗ ਕਰ ਲਓ ਤੁਸੀਂ ਅੰਦਰ ਆ ਕੇ ਬੈਠ ਕੇ ਗੱਲ ਕਰ ਪਰ ਇਹ ਸਟੇਟਮੈਂਟ ਤਾਂ ਡਾਕਟਰ ਆਪ ਵੀ ਕਹਿ ਰਹੇ ਨੇ ਵੀ ਅਸੀਂ ਅੰਦਰ ਬੈਠ ਕੇ ਵੀ ਗੱਲ ਕਰ ਸਕਦੇ ਸੀਗੇ ਇੱਕ ਮਿੰਟ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਉਹ ਕਹਿੰਦੇ ਵੀ ਪੈਸੇ ਮੈਨੂੰ ਇਹ ਗੱਲ ਆ ਕਿਸੇ ਨੇ ਇੱਕ ਮਿੰਟ ਦੇਖੋ ਕਿਸੇ ਨਾ ਕਿਸੇ ਨੇ ਉਹਨੂੰ ਅਥਾਰਟੀ ਦਿੱਤੀ ਵੀ ਜੇ ਰੌਲਾ ਪੈਂਦਾ ਕੋਈ ਤੇ ਪੈਸੇ ਦੇ ਕੇ ਗੱਲ ਖਤਮ ਕਰੋ ਕਿਉਂਕਿ ਬਿਨਾ ਕਿਸੇ ਦੀ ਤੁਸੀਂ ਮੈਡਮ ਤੁਸੀਂ ਆਪਣੀ ਜੇਬ ਚੋਂ ਪੈਸੇ ਤਾਂ ਨਹੀਂ ਦੇ ਸਕਦੇ ਜੇ ਤੁਸੀਂ 40000 ਦਾ ਬਿੱਲ ਬਣਿਆ ਤੁਸੀਂ 40000 ਇੱਕ ਵਰਕਰ ਆਪਣੀ ਜੇਬ ਚੋਂ ਤਾਂ ਨਹੀਂ ਦੇ ਦੂਗਾ ਤੁਸੀਂ ਮੈਨੇਜਰ ਨੂੰ ਪੁੱਛਿਆ ਸੀ ਵੀ ਤੁਹਾਨੂੰ ਕੋਈ ਵੀ ਨਹੀਂ ਆ ਰਿਹਾ ਕਿਉਂਕਿ ਹੁਣ ਤਾਂ ਡਾਕਟਰ ਜੋ ਤੁਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪਰਚਾ ਕਰਾਉਣਾ ਉਹ ਤਾਂ ਕਿਵੇਂ ਕਰਵਾ ਦਿਓ ਉਹ ਸਾਰੇ ਡਾਕਟਰ ਇਹ ਕੀ ਕਰਨਗੇ ਇੱਕ ਮਿੰਟ ਇਹ ਕੀ ਕਰਨਗੇ ਅਕਾਊਂਟਸਮੈਂਟ ਤੇ ਪਰਚਾ ਹੋ ਜਾਊਗਾ ਅਕਾਊਂਟਸਮੈਂਟ ਤੇ ਸਾਰੀ ਗੱਲ ਆਊਗੀ ਮੈਨੇਜਰ ਤੇ ਉਹਨੂੰ ਕੱਢ ਦੇਣਗੇ ਉਹਦੀ ਰੋਟੀ ਚੱਲ ਜੂਗੀ ਪਰ ਜਿਹੜਾ ਪਿੱਛੇ ਮੇਨ ਬੈਠਾ ਜਿਹੜਾ ਇਸ ਚੀਜ਼ ਨੂੰ ਚਲਾ ਰਿਹਾ ਉਹ ਬੰਦਾ ਤੇ ਫਿਰ ਸੇਫ ਰਹਿ ਗਿਆ ਨਾ ਉਹ ਬੰਦਾ ਫਿਰ ਸੇਫ ਰਹਿ ਗਿਆ ਇੱਕ ਗਰੀਬਾਂ ਨਾਲ ਲੁੱਟ ਜਿਹੜੀ ਹੈ ਇਹ ਲੋਕ ਕਿਉਂ ਕਰਦੇ ਨੇ ਇਹ ਡਾਕਟਰੀ ਪੇਸ਼ਾ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਪਰ ਇਹ ਰੱਬ ਨਹੀਂ ਇਹ ਛਿੱਲਣ ਵਾਲੇ ਬੰਦੇ ਨੇ ਇਹਨਾਂ ਨੂੰ ਆਪਣੇ ਪੈਸੇ ਜੇਬਾਂ ਭਰਨਾ ਮਤਲਬ ਹੋਰ ਕੋਈ ਗੱਲ ਨਹੀਂ ਉਹ ਕੀ ਗੱਲ ਹੋਈ ਸੀ ਜਦੋਂ ਤੁਹਾਨੂੰ ਡਾਕਟਰ ਕਹਿ ਰਹੇ ਸੀ ਵੀ ਉੱਚੀ ਆਵਾਜ਼ ਨਹੀਂ ਨੀਵੀਂ ਆਵਾਜ਼ 'ਚ ਗੱਲ ਕਰੋ ਪੰਜਾਬੀਆਂ 'ਚ ਐ ਹੁੰਦਾ ਹੀ ਹੈ ਜੇ ਤੁਹਾਨੂੰ ਚੰਗਾ ਲੱਗਾ ਤੁਸੀਂ ਤਾਂ ਵੀ ਉੱਚੀ ਬੋਲਣਾ ਜੇ ਨਾ ਲੱਗਾ ਉਹ ਕੀ ਗੱਲ ਸੀ ਉਹਨਾਂ ਦੇ ਵਿਊ ਆ ਪੰਜਾਬੀਆਂ ਦੇ ਖਿਲਾਫ ਮੈਂ ਕੁਝ ਕਹਿ ਨਹੀਂ ਸਕਦਾ ਅਗਰ ਮੈਂ ਉਹਨਾਂ ਨਾਲ ਪਿਆਰ ਨਾਲ ਗੱਲ ਕਰ ਰਿਹਾ ਉਹ ਜਦੋਂ ਉਹਨਾਂ ਨੇ ਤੈਨੂੰ ਕਹਿ ਕੇ ਗੱਲ ਕੀਤੀ ਮੈਂ ਉੱਚੀ ਬੋਲਿਆ ਮੈਂ ਕਿਹਾ ਅਗਰ ਤੁਹਾਨੂੰ ਮੈਂ ਜੀ ਕਹਿ ਰਿਹਾ ਵਾਂ ਜੀ ਕਹਿ ਕੇ ਕਹਿ ਰਿਹਾ ਤਾਂ ਮੇਰੇ ਵੀ ਜੀ ਲੈਣਾ ਤੈਨੂੰ ਨਹੀਂ ਸੁਣਾ ਤੇ ਫੇਰ ਮੇਰੀ ਉੱਚੀ ਆਵਾਜ਼ ਨਿਕਲਣੀ ਹੁਣ ਸਾਰੇ ਡਾਕਟਰ ਇੱਥੇ ਖੜੇ ਸੀਗੇ ਤੁਸੀਂ ਆਏ ਹੋ ਨਾ ਸਾਰੇ ਡਾਕਟਰ ਸਾਰੇ ਚਲੇ ਗਏ ਕੋਈ ਡਾਕਟਰ ਨਹੀਂ ਖੜਾ ਸਾਰੇ ਕਹਿ ਰਹੇ ਅੱਗੇ ਬੈਠ ਕੇ ਅੰਦਰ ਗੱਲ ਕਰ ਲਓ ਹੁਣ ਕੋਈ ਡਾਕਟਰ ਆ ਰਿਹਾ ਸੀ ਬੈਠ ਕੇ ਗੱਲ ਕਰਨਾ ਮੈਂ ਸਿਰਫ ਆਇਆ ਇਸੇ ਕਾਰਨ ਸੀ ਮੈਂ ਸਿਰਫ ਇਸੇ ਕਾਰਨ ਇੱਥੇ ਆਇਆ ਸੀ ਮੇਰਾ ਨਾਮ ਦਿਨੇਸ਼ ਆ ਮੇਰਾ ਨਾਮ ਦਿਨੇਸ਼ ਆ ਮੈਂ ਆਇਆ ਵਾਂ ਆ ਕੇ ਮੈਂ ਇੱਥੇ ਇੱਕ ਧਰਮਸਾਰ ਬੈਠੇ ਆ ਮੈਂ ਉੱਥੋਂ ਓਪੀਡੀ ਤੋਂ ਪੁੱਛਿਆ ਉਹ ਕਹਿੰਦੇ ਧਰਮਸਾਰ ਕੋਲ ਜਾਓ ਮੈਂ ਉਹਨੂੰ ਪੁੱਛਿਆ ਵੀ ਮੇਰਾ ਅਕਾਊਂਟ ਦਾ ਕੋਈ ਚੱਕਰ ਆ ਉਹ ਕਹਿੰਦੇ ਤੁਸੀਂ ਅਕਾਊਂਟ ਬਲਾਕ ਉੱਪਰ ਚਲੋ ਅਸੀਂ ਕਿਹਾ ਠੀਕ ਆ ਅਸੀਂ ਅਕਾਊਂਟ ਬਲਾਕ ਉੱਪਰ ਚਲੇ ਗਏ ਆ ਠੀਕ ਆ ਅਸੀਂ ਅਕਾਊਂਟ ਬਲਾਕ ਉੱਪਰ ਗਏ ਉਹ ਬੰਦੇ ਨਾਲ ਗੱਲ ਹੋਈ ਉਹ ਕਹਿੰਦਾ ਚਲੋ ਜੋ ਹੋਣਾ ਹੋ ਗਿਆ ਸਾਡੇ ਸਿਸਟਮ ਕੋਲ ਗਲਤੀ ਹੋ ਗਈ ਸਿਸਟਮ 'ਚ ਐਰਰ ਆ ਉਹਨੇ ਚੱਕ ਲਿਆ ਤੇ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਅਸੀਂ ਤੁਹਾਡੇ ਪੈਸੇ ਦੇ ਦਿੰਦੇ ਆ ਤੇ ਤੁਸੀਂ ਇਹ ਗੱਲ ਨੂੰ ਸੂਟ ਆਊਟ ਇੱਥੇ ਕਰ ਦਿਓ ਹੁਣ ਵੀ ਮੈਨੂੰ ਡਾਕਟਰ ਸਾਹਿਬ ਜਿਹੜੇ ਆਏ ਸੀ ਜਿਹੜੇ ਤੁਸੀਂ ਸ਼ਾਇਦ ਇਹਦੇ ਵਿੱਚ ਆਏ ਜੀ ਉਹ ਮੈਨੂੰ ਕਹਿੰਦੇ ਅੰਦਰ ਆਓ ਅੰਦਰ ਬੈਠ ਕੇ ਗੱਲ ਕਰਨ ਨੇ ਇੱਕ ਨੇ ਪਹਿਲਾਂ ਸਾਨੂੰ ਇੱਕ ਸਾਡੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਵੀ ਅੰਦਰ ਪੈਸੇ ਲੈ ਕੇ ਗੱਲ ਕਰ ਲਓ ਹੁਣ ਦੂਜੇ ਆਣਗੇ ਦੂਜੇ ਵੀ ਕਹਿਣਗੇ ਅੰਦਰ ਪੈਸੇ ਲੈ ਕੇ ਗੱਲ ਕਰ ਲਓ ਇਹਦਾ ਮਤਲਬ ਪੈਸੇ ਨਹੀਂ ਚਾਹੀਦੇ ਮੈਨੂੰ ਪੈਸਾ ਨਹੀਂ ਚਾਹੀਦਾ ਮੈਡਮ ਮੈਨੂੰ ਇਹ ਚਾਹੀਦਾ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਨਾ ਹੋਵੇ ਆਪਣੀ ਗਲਤੀ ਮੰਨ ਲੈਣ ਗੱਲ ਖਤਮ ਆ ਉਹ ਗਲਤੀ ਤੇ ਮੰਨਦੇ ਹੀ ਨਹੀਂ ਆਪਣੀ ਉਹ ਕਹਿੰਦੇ ਪੈਸੇ ਲਓ ਗਲਤੀ ਨਹੀਂ ਮੰਨਣੀ ਪੈਸੇ ਲਓ ਮਤਲਬ ਪੈਸੇ 2 ਨੰਬਰ ਦੇ ਕਮਾਏ ਆ ਤਾਂ ਹੀ ਤੇ ਦੇ ਰਹੇ ਨੇ ਕਹਿੰਦੇ ਗਲਤੀ ਨਹੀਂ ਮੰਨਣੀ ਪੈਸੇ ਦਿਓ ਗੱਲ ਖਤਮ ਪ੍ਰੋਫੈਸ਼ਨਲ ਚਾਰजेस 100 ਰੁਪਏ ਪਾਏ ਇਹਨਾਂ ਨੇ ਕਿ 12 ਡਾਕਟਰ ਆ ਇਹਨਾਂ ਨੂੰ ਕੋਈ ਕੈਮਰੇ ਫੁਟੇਜ ਦੱਸ ਦਿਓ ਅਗਰ ਕੋਈ ਡਾਕਟਰ ਆਇਆ ਆਪਾਂ ਇੱਥੇ ਨਹੀਂ ਪੈਸੇ ਦਾ ਨਹੀਂ ਪੈਸੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਪੈਸੇ ਨਹੀਂ ਬਿਲਿੰਗ ਨੂੰ ਲੈ ਕੇ ਅਸੀਂ ਇਹ ਚਾਹੁੰਦੇ ਆ ਜੋ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਮੈਡਮ ਮੈਂ ਪੈਸੇ ਨਹੀਂ ਮੰਗੇ ਨਜਾਇਜ਼ ਕਿਉਂ ਕਰਦੇ ਨੇ ਇੱਕ ਕਿਸੇ ਬੰਦੇ ਨਾਲ ਤੁਸੀਂ ਜਿਹੜਾ ਜਾਇਜ਼ ਆ ਉਹ ਲਓ ਤੁਸੀਂ ਨਜਾਇਜ਼ ਤਾਂ ਨਾ ਕਰੋ ਇੱਕ ਪੇਸ਼ੈਂਟ 40 ਮਿੰਟ ਤੁਹਾਡੇ ਕੋਲ ਰਹਿੰਦਾ ਤੁਸੀਂ ਉਹਨੂੰ ਆਕਸੀਜਨ ਲੈਂਦੇ ਤੇ ਉਹਦਾ 450 ਰੁਪਏ ਰੋਟੀ ਦਾ ਪਾਈ ਜਾਂਦੇ ਹੋ ਤੁਸੀਂ
ਇਹ ਕੋਈ ਦੁਨੀਆਦਾਰੀ ਨਹੀਂ, ਇਹ ਸਾਡਾ ਹਿੰਦੁਸਤਾਨ ਦੇ ਵਿੱਚ ਇੱਕ ਦਿਨ ਵੀ ਨਹੀਂ ਰਹੀ 40 ਮਿੰਟ ਸਿਰਫ 40 ਮਿੰਟ 40 ਮਿੰਟ ਸਿਰਫ ਇਹਨਾਂ ਦੀ ਸਮਰੀ ਜਿਹੜੀ ਸਾਨੂੰ ਦਿੱਤੀ ਗਈ ਹੈ। 40 ਮਿੰਟ ਬੱਚਾ ਇੱਥੇ ਰਿਹਾ, 40 ਮਿੰਟ 10:50 ਤੇ ਆਇਆ, 11:40 ਤੇ ਇਹਨਾਂ ਨੇ ਡਿਕਲੇਅਰ ਕਰਤਾ ਵੀ ਬੱਚਾ ਐਕਸਪਾਇਰ ਹੋ ਗਿਆ। ਇਹਨਾਂ ਨੇ 250 ਕਿਹਾ ਜੀ ਇੰਨੇ ਪੈਸੇ ਜਮ੍ਹਾਂ ਦਿਓ, ਅਸੀਂ ਕਾਰਡ ਦਿੱਤਾ, 27,000 ਦਾ ਬਿੱਲ ਦਿੱਤਾ, 29,000 ਵਿੱਚੋਂ ਕੱਟ ਲਿਆ। ਆਨਲਾਈਨ ਪੇਮੈਂਟ ਹੋਈ ਹੈ, ਡੈਬਿਟ ਕਾਰਡ ਤੋਂ ਹੋਈ ਹੈ, ਉਹ ਪ੍ਰੂਫ ਸਾਡੇ ਕੋਲ ਆ। ਫਿਰ ਉਸ ਤੋਂ ਬਾਅਦ ਹੁਣ ਆ ਕੇ ਕਹਿੰਦੇ ਨੇ ਇੱਕ 1250 ਦਾ ਬਿੱਲ ਤੁਹਾਡਾ ਮਿਸਿੰਗ ਸੀ। ਬਿੱਲ ਤੁਸੀਂ ਉੱਥੋਂ ਉਸ ਵੇਲੇ ਬਿੱਲ ਬਣਿਆ ਸੀ ਤਾਂ ਹੀ ਵਿੱਚੋਂ 29,000 ਕੱਟਿਆ ਗਿਆ। ਉਹ 2,000 ਮੈਂ ਮਕਸੂਦਾ ਤੋਂ ਰਹਿਣ ਵਾਲਾ, ਮੈਂ ਸਪੈਸ਼ਲ ਇਸੇ ਕਰਕੇ ਮੈਂ ਬਾਹਰੋਂ NRI, ਮੈਂ ਸਪੈਸ਼ਲ ਚੱਲ ਕੇ ਇਸ ਤੇ ਮੈਨੂੰ ਪਤਾ ਲੱਗੇ ਸਾਡੇ ਬੱਚੇ ਨੂੰ ਹੋਇਆ ਕਿ 15 ਸਾਲਾਂ ਦਾ ਬੱਚਾ, ਇਹ ਕਹਿੰਦੇ ਹਾਰਟ ਅਟੈਕ ਹੋ ਗਿਆ। ਠੀਕ ਆ, ਹੋ ਵੀ ਸਕਦਾ, ਅੱਜ ਕੱਲ ਖੁਰਾਕਾਂ ਇਦਾਂ ਦੀਆਂ ਹੋ ਵੀ ਸਕਦਾ, ਬਟ ਸਾਨੂੰ ਇੱਕ ਰੀਜ਼ਨ ਪਤਾ ਲੱਗੇ। ਹਰ ਚੀਜ਼ ਦਾ ਇੱਕ ਰੀਜ਼ਨ ਹੁੰਦਾ, ਕੋਈ ਕੀ ਰੀਜ਼ਨ ਹੋਇਆ ਸਾਨੂੰ ਰੀਜ਼ਨ ਤਾਂ ਦੱਸਦੇ ਨਹੀਂ ਕੋਈ। ਉੱਤੋਂ ਸਾਨੂੰ ਇਹ ਕਹੀ ਜਾਂਦੇ ਨੇ ਪੈਸੇ ਲੈ ਲਓ, ਗੱਲ ਨੂੰ ਸੌਟ ਆਊਟ ਕਰ ਦਿਓ, ਪੈਸੇ ਲੈ ਲਓ, ਗੱਲ ਨੂੰ ਸੌਟ ਆਊਟ ਕਰ ਦਿਓ। ਪੈਸੇ ਲੈ ਕੇ ਗੱਲ ਨੂੰ ਸੌਟ ਆਊਟ ਨਹੀਂ ਨਾ ਕੀਤਾ ਜਾਂਦਾ। ਏਦਾਂ ਤੇ ਹਰੇਕ ਬੰਦੇ ਨਾਲ, ਜਿਹੜਾ ਬੰਦੇ ਦਾ ਕੁਝ ਹੋਊਗਾ ਉਹਨੂੰ ਪੈਸੇ ਦੇ ਕੇ ਪਾਸੇ ਕਰ ਦੇਣਗੇ। ਹੁਣ ਕੁਝ ਨਹੀਂ ਬੋਲਦੇ, ਇਹਨਾਂ ਦਾ ਚੋਰ ਬਜ਼ਾਰੀ ਚੱਲੀ ਜਾਊਗੀ, ਗੱਲ ਖਤਮ। ਫਿਰ ਉਹ ਬੰਦਾ ਕੌਣ ਦਾ, ਉਹਨੂੰ ਕਿਸੇ ਨਾ ਕਿਸੇ ਨੇ ਮੈਡਮ ਅਥਾਰਟੀ ਦਿੱਤੀ ਹੈ ਨਾ ਵੀ ਤੂੰ 24,000 ਰੁਪਏ 27,000, ਕਿਉਂਕਿ ਜਿਹੜਾ ਕਿਸੇ ਕੋ ਕੰਮ ਕਰਦਾ ਹੋਵੇ ਉਹਦੀ ਪਰਮਿਸ਼ਨ ਤੋਂ ਬਗੈਰ ਨਹੀਂ ਉਹ ਤਾਂ ਨਹੀਂ ਕਰ ਸਕਦਾ। ਇਹ ਪਰਮਿਸ਼ਨ ਜਿਹੜੀ ਹੈ, ਇਹ ਪਰਮਿਸ਼ਨ ਉਹਨਾਂ ਨੇ ਦਿੱਤੀ ਹੈ, ਇਹ ਪਰਮਿਸ਼ਨ ਉਹਨਾਂ ਨੇ ਦਿੱਤੀ ਹੈ, ਤਾਂ ਹੀ ਉਹਨਾਂ ਨੇ ਕੀਤੀ ਹੈ। ਸਰ ਕੀ ਨਾਮ ਹੈ ਇਹਨਾਂ ਦੇ ਸਾਹਮਣੇ ਸਰ? ਨਾਮ ਤਾਂ ਦੱਸ ਦਿਓ। ਇਹਨਾਂ ਦੇ ਸਾਹਮਣੇ ਉਹ ਕਹਿੰਦੇ ਮੈਂ ਹੈ ਹੀ ਅਗਰ ਅਗਰ ਸੱਚੇ ਹੋਣ ਤਾਂ ਖੜ ਕੇ ਗੱਲ ਕਰਨ, ਅਗਰ ਸੱਚੇ ਹੋਣ ਤਾਂ ਖੜ ਕੇ ਗੱਲ ਕਰਨ। ਸਾਡੇ ਰੋਕ ਲੱਗੇ ਕੀ ਕਹਿਣਾ ਹੈ? ਤੁਸੀਂ ਇੱਕ ਵਾਰੀ ਵੀ ਨਹੀਂ ਕਿਹਾ, ਤੁਸੀਂ ਇੱਕ ਵਾਰੀ ਵੀ ਨਹੀਂ ਕਿਹਾ ਅੰਦਰ ਆ ਕੇ ਬੈਠ ਕੇ ਗੱਲ ਕਰ ਲਓ। ਮੈਂ ਤੁਹਾਨੂੰ ਨਹੀਂ ਕਿਹਾ, ਵੱਲਾ ਮੈਂ ਕਿਹਾ ਵੀ ਇੱਥੇ ਆ ਕੇ ਇਹਨਾਂ ਨੇ ਕਿੰਨੀ ਵਾਰੀ ਕਿਹਾ ਅੰਦਰ ਬੈਠ ਕੇ ਗੱਲ ਕਰ ਲਓ। ਉੱਪਰ ਵੀ ਇਹ ਸੀਗੇ, 2 ਗਾੜੇ ਹੋਰ ਸੀਗੇ, ਉਹ ਭਾਈ ਸਾਹਿਬ ਉਹ ਵੀ ਨਾਲ ਸੀਗੇ, ਆੜੇ ਵੀ ਨਾਲ ਸੀਗੇ ਵੀਰਾ। ਡਾਕਟਰ ਜੀ ਨੇ ਉੱਪਰ ਕੀ ਕਿਹਾ ਸੀਗਾ? ਪੈਸੇ ਲੈ ਕੇ ਸੀ ਆਪਣੇ ਐਮਡੀ ਦੇ ਨਾਲ ਮਿਲਾ ਕੇ। ਨਹੀਂ ਅੰਦਰ ਬੈਠ ਕੇ ਉੱਪਰ 2 ਮਿੰਟ ਉੱਪਰ ਡਾਕਟਰ ਜੀ ਨੇ ਕਿਹਾ ਨਹੀਂ ਸੀਗਾ ਪੈਸੇ ਲੈ ਲੈ। ਡਾਕਟਰ ਨਹੀਂ ਹੈਗਾ, ਉਹ ਡਾਕਟਰ ਨਹੀਂ ਹੈਗਾ, ਅਕਾਊਂਟੈਂਟ ਨੇ ਕਿਹਾ ਨਹੀਂ ਸੀਗਾ ਪੈਸੇ ਲੈ ਕੇ ਬੈਠ ਜਾਓ। 2 ਮਿੰਟ ਕਿਹਾ ਹੀ ਜਾਂ ਨਹੀਂ ਕਿਹਾ ਹੀ? ਅੱਜ ਦੇ ਬਾਰੇ ਜੀ ਨਹੀਂ ਪਤਾ, ਉੱਥੇ ਸੀਗੇ, ਹੁਣ ਇਹਦੇ ਬਾਰੇ ਪਤਾ ਨਹੀਂ। ਜੇ ਨਹੀਂ ਕਿਹਾ ਤਾਂ ਕੋਈ ਨਹੀਂ ਕਿਹਾ, ਮੰਨੋ। ਜੇ ਕਿਹਾ ਤਾਂ ਕੋ ਹਾਂ ਕਿਹਾ, ਫਿਰ ਇਹਦੇ ਬਾਰੇ ਪਤਾ ਕਿਉਂ ਨਹੀਂ ਹੈਗਾ ਤੁਹਾਨੂੰ? ਤੁਸੀਂ ਅੰਦਰ ਸੀਗੇ ਨਾ? ਹਾਂ ਨਾ ਅੰਦਰ ਸੀਗਾ, ਫਿਰ ਮੰਨੋ ਕਿ ਜੇ ਨਹੀਂ ਕਿਹਾ ਅਕਾਊਂਟੈਂਟ ਨੇ, ਮੈਂ ਤੁਹਾਨੂੰ ਸਾਈਡ ਤੇ ਕਰਦਾ। ਮੈਂ ਕਿਹਾ ਅਕਾਊਂਟੈਂਟ ਨੇ ਨਹੀਂ ਕਿਹਾ। ਮੈਨੂੰ ਨਹੀਂ ਪਤਾ ਜੇ ਨਹੀਂ ਕਿਹਾ ਤਾਂ ਤੁਸੀਂ ਕੋਈ ਨਹੀਂ ਕਿਹਾ, ਫਿਰ ਤੁਹਾਨੂੰ ਪਤਾ ਕਿ ਤੁਸੀਂ ਅੰਦਰ ਕੀ ਕਰ ਰਹੇ ਸੀਗੇ? ਮੱਛਰ ਮਾਰ ਰਹੇ ਸੀਗੇ, ਮੱਛਰ ਮਾਰ ਰਹੇ ਸੀ ਯਾਰ। ਆ ਮਾਰ ਰਹੇ ਮੱਛਰ ਮਾਰ ਰਹੇ। ਹਾਂ ਬਸ ਅਸੀਂ ਸਾਡਾ ਭਾਈ ਕੌਣ ਕਰ ਰਿਹਾ? ਠੀਕ ਹੈ, ਜਿੱਦਾਂ ਹੁਣ ਆਪਸ ਵਿੱਚ ਇਹ ਲੱਗੇ ਗੁੱਸੇ, ਕਾਫੀ ਗੁੱਸੇ ਸੀ, ਇਹ ਕਾਫੀ ਗੁੱਸੇ ਸਾਰੇ ਗੁੱਸੇ ਜਾਂਦਾ। ਜਦੋਂ ਕਿਸੇ ਬੱਚੇ ਦਾ ਗਿਆ, ਕਿਤੇ ਮਾਂ ਦਾ ਬੱਚਾ ਗਿਆ, ਉਹ ਗੁੱਸੇ ਜਾਂਦਾ ਹੁੰਦਾ। ਗੱਲ ਦਾ ਜਵਾਬ ਦੇ ਦਿਓ ਜਿਹੜੇ ਇਹਨਾਂ ਨੇ ਤੁਹਾਨੂੰ ਬਿੱਲ ਦਿੱਤਾ। ਸਾਨੂੰ ਨਹੀਂ, ਸਾਨੂੰ ਨਹੀਂ ਪਤਾ ਜੀ ਬਿੱਲ ਬਾਰੇ। ਸਰ ਨਾਮ ਤਾਂ ਦੱਸ ਦਿਓ, ਠੀਕ ਸਟੇਟਮੈਂਟ ਹੈ ਤਾਂ ਸਰ, ਦੇ ਅਸੀਂ ਦਿਓ। ਬਿੱਲ ਨਹੀਂ ਦੇ ਸਕਦੇ, ਸਾਨੂੰ ਨਹੀਂ ਪਤਾ ਬਿੱਲ ਬਾਰੇ। ਠੀਕ ਹੈ ਜੀ। ਤੇ ਸਰ ਕਿਹਨਾਂ ਨੂੰ ਪਤਾ? ਇਸ ਹਸਪੀਟਲ ਐਡਮਿਟ ਹੋਇਆ, ਸੈਕਟਰੀ ਹਰ ਜਗ੍ਹਾ ਲਾਈਏ। ਸਰ ਇੱਥੇ ਤੁਹਾਨੂੰ ਨਹੀਂ ਪਤਾ, ਕਿਹਨਾਂ ਨੂੰ ਪਤਾ? ਸਰ ਡੈਜ਼ਿਗਨੇਸ਼ਨ ਤਾਂ ਦੱਸ ਦਿਓ। ਇਦਾਂ ਮੈਮ ਆ ਦੇਖੋ, ਇਹ ਹੋ ਰਿਹਾ ਉਦੋਂ ਦਾ, ਕੋਈ ਐਮਡੀ ਨਹੀਂ ਆ ਰਿਹਾ, ਘੰਟਾ ਹੋ ਗਿਆ। ਅਸੀਂ ਕਿਹਾ ਐਮਡੀ ਨਾਲ ਬੈਠ ਕੇ ਸਾਨੂੰ ਪੈਸੇ ਨਹੀਂ ਚਾਹੀਦੇ, ਸਾਨੂੰ ਰਿਟਰਨ 'ਚ ਮਿਸਟੇਕ ਕਹਿਣ ਮਤ, ਗਲਤੀ ਮੰਨ ਲੈਣਾ। ਗੱਲ ਖਤਮ, ਗਲਤੀ ਨਹੀਂ ਮੰਨ ਰਿਹਾ। ਉਦੋਂ ਡਾਕਟਰਾਂ ਨੇ, ਸਾਰੇ ਹਸਪੀਟਲ ਦੇ ਡਾਕਟਰਾਂ ਨੇ ਸਾਨੂੰ ਘੇਰਾ ਪਾਇਆ ਸੀ। ਹੁਣ ਕੋਈ ਡਾਕਟਰ ਨਹੀਂ ਹੈਗਾ, ਤੁਸੀਂ ਦੇਖ ਸਕਦੇ ਹੋ। ਇੱਕ ਵੀ ਡਾਕਟਰ ਨਹੀਂ ਖੜਾ ਇੱਥੇ, ਸਾਰੇ ਚਲੇ ਗਏ ਆ। ਜੀ ਡਾਕਟਰ ਵੀ ਤੁਹਾਨੂੰ ਕਹਿ ਰਹੇ ਸੀ ਵੀ ਇਹ ਗੱਲ ਆਪਾਂ ਅੰਦਰ ਬੈਠ ਕੇ ਬਾਰ-ਬਾਰ ਇਹੀ ਗੱਲ ਅੰਦਰ ਬੈਠ ਕੇ ਕਰ ਲਈ, ਅੰਦਰ ਬੈਠ ਕੇ ਗੱਲ ਨਹੀਂ ਕਰਨੀ। ਅਸੀਂ ਐਮਡੀ ਕੋ ਰਿਟਰਨ ਤੇ ਲੈਣਾ ਹੈ। ਤੁਹਾਡੇ ਸਾਹਮਣੇ ਬਿੱਲ ਹੈ ਮੈਡਮ, ਪ੍ਰੋਫੈਸ਼ਨਲ ਚਾਰजेस 100 ਰੁਪਏ ਪਾਏ ਆ। ਕੋਈ ਡਾਕਟਰ ਨਹੀਂ ਹੈ ਕੈਮਰੇ 'ਚ ਫੁਟੇਜ ਕਢਾ ਸਕਦੇ ਹੋ ਤੁਸੀਂ। ਵਿਰੋਧ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਡੇ ਸਿਸਟਮ ਨੇ ਉਹ ਚੀਜ਼ ਚੱਕ ਲਈ। ਹਾਂਜੀ, ਸਿਸਟਮ ਜੇ ਇਹਨਾਂ ਦੇ ਸਿਸਟਮ ਨੇ ਚੱਕੀ ਸੀ ਕਿ ਚਲੋ ਮਿਸਟੇਕ ਹੋ ਵੀ ਗਈ, ਮੰਨ ਲੈਣੇ ਵੀ ਗਲਤੀ ਸਿਸਟਮ ਕੋਲ ਹੋ ਗਈ, ਇਹਨਾਂ ਨੂੰ ਇਨਫਾਰਮ ਤਾਂ ਤੁਹਾਨੂੰ ਕਰਨਾ ਚਾਹੀਦਾ ਸੀ ਨਾ ਕਿ ਇੰਨੇ ਦਾ ਬਣਿਆ। ਤੇ ਤੁਸੀਂ ਅੱਜ ਇਹਨਾਂ ਨੂੰ ਕਿਹਾ ਕਿ 11 ਤਰੀਕ ਦੀ ਡੈਥ ਹੋਈ ਹੈ ਮੈਡਮ, ਤੇ ਅੱਜ 16-17 ਤਰੀਕ ਤੁਹਾਨੂੰ ਇਹਨਾਂ ਵੱਲੋਂ ਕੋਈ ਫੋਨ ਨਹੀਂ ਆਇਆ? ਕੋਈ ਫੋਨ ਨਹੀਂ ਆਇਆ। ਵੀ ਤੁਹਾਡੇ ਐਕਸਟਰਾ ਪੈਸੇ ਆ ਗਏ ਨੇ? ਕੋਈ ਫੋਨ ਨਹੀਂ। ਇੱਕ ਫੋਨ ਆਇਆ ਸੀ, ਕਹਿ ਰਹੇ ਸੀ ਕਿ ਬੇਟੀ ਦਾ ਆਧਾਰ ਕਾਰਡ ਦੇ ਦਿਓ, ਡੈਥ ਸਰਟੀਫਿਕੇਟ ਬਣਾਉਣਾ। ਉਸ ਤੋਂ ਇਲਾਵਾ ਕੋਈ ਫੋਨ ਨਹੀਂ ਆਇਆ ਕਿ ਸਿਸਟਮ ਨੇ ਚੱਕ ਲਿਆ। ਆ ਦੇਖੋ ਮੈਡਮ, 27,000 ਰੁਪਏ ਦਾ ਇਹਨਾਂ ਨੇ ਬਿੱਲ ਕੱਟਿਆ। ਸਾਡੇ ਅਕਾਊਂਟ 'ਚ ਸਟੇਟਮੈਂਟ ਹੈ, 29,000 ਰੁਪਏ ਕੱਟਿਆ ਸਾਡੇ ਅਕਾਊਂਟ 'ਚ। ਪੈਸੇ ਵੱਧ ਲਏ, ਉਤੋਂ ਕੱਟੇ ਵੀ ਐਕਸਟਰਾ।
ਕਿੱਥੇ ਬਿੱਲ ਮੇਨ ਗੱਲ ਤੇ ਸਭ ਤੋਂ ਵੱਡੀ ਪੈਸੇ ਦੀ ਆਈ ਨਹੀਂ ਸਾਨੂੰ, ਪੈਸੇ ਦੀ ਨਹੀਂ ਗੱਲ ਹੈਗੀ, ਅਸੀਂ ਪੇ ਕਰ ਸਕਦੇ ਹਾਂ ਪਰ ਕਈ ਨਹੀਂ ਹੁੰਦੇ ਪੇ ਕਰਨ ਵਾਲੇ। ਕੋਈ ਪੇ ਕਰਨ ਵਾਲਾ ਨਹੀਂ ਹੈਗਾ। ਮੇਨ ਰੌਲਾ ਇਹ ਗੱਲ ਦਾ ਵੀ ਤੁਸੀਂ ਇਸ ਚੀਜ਼ ਨੂੰ ਸੌਟ ਆਊਟ, ਹੁਣ ਵੀ ਸਾਨੂੰ ਕਹੀ ਜਾਂਦੇ ਅੰਦਰ ਬੈਠ ਕੇ ਗੱਲ ਕਰੋ। ਪਹਿਲਾਂ ਇੱਕ ਬੰਦਾ ਇਹਨਾਂ ਦਾ ਮੈਨੇਜਰ ਆਇਆ, ਅਕਾਊਂਟਸ ਮੈਨੇਜਰ, ਉਹ ਅੰਦਰ ਆਇਆ, ਉਹ ਕਹਿੰਦਾ ਪੈਸੇ ਲੈ ਲਓ, ਗੱਲ ਨੂੰ ਖਤਮ ਕਰ ਦਿਓ। ਇਹਦਾ ਮਤਲਬ ਕਿਸੇ ਜਿਹੜਾ ਬੋਲ ਪਵੇ ਉਹਨੂੰ ਪੈਸੇ ਦੇ ਕੇ ਚੁੱਪ ਕਰਾ ਦਿਓ, ਬਾਕੀਆਂ ਨੂੰ ਛਿੱਲੀ ਜਾਓ। ਜਿਹੜਾ ਬੋਲ ਪਵੇ ਪੈਸੇ ਦੇ ਕੇ ਚੁੱਪ ਕਰਾ ਦਿਓ। ਪੈਸੇ ਲਈ ਪੈਸੇ ਲਓ, ਸਾਨੂੰ ਪੈਸੇ ਦੇ ਲੋਕ ਹੈਗੇ ਨੇ। ਹੋਰ ਚੀਜ਼ ਦਿਖਾਣੀ ਹੈ ਬਿੱਲ ਦੇ ਵਿੱਚ। ਇਸ ਬਿੱਲ ਦੇ ਵਿੱਚ ਮੈਂ ਮੈਡੀਸਨ ਦੀ ਜੋ ਡਿਟੇਲ ਘਟਾਈ ਆ ਦੇਖੋ, 23 ਮੈਡੀਸਨਸ ਕਹਿੰਦੇ ਯੂਜ਼ ਹੋਈਆਂ ਤੇ ਪੇਸ਼ੈਂਟ 40 ਮਿੰਟ ਰਿਹਾ, ਉਹਨੂੰ ਸਾਹ ਨਹੀਂ ਆ ਰਿਹਾ ਸੀਗਾ ਤੇ ਉਹਨੂੰ ਕੀ ਮਿੰਟ ਬਾਅਦ ਇੱਕ ਗੋਲੀ ਦੇ ਰਹੇ ਸੀਗੇ। ਮੇਰੇ ਸਾਹਮਣੇ ਇੱਕ ਇੰਜੈਕਸ਼ਨ ਲੱਗਾ ਹੈ। ਜਿਵੇਂ ਤੁਸੀਂ ਕਹਿੰਦੇ ਵੀ ਡਾਈਟ ਚਾਰਟ ਦੇ ਜਿਨ੍ਹਾਂ ਨੇ ਸਾਡੇ ਆਹ ਕੁਝ ਦੇਖੋ, ਆਹ ਦੇਖੋ ਮੈਡਮ, ਤੇ ਜੇ ਤੁਸੀਂ ਕਹਿੰਦੇ ਵੀ ਉਹਨਾਂ ਦੀ ਕੰਡੀਸ਼ਨ ਇਹੋ ਜਿਹੀ ਇਹਨਾਂ ਨਹੀਂ ਨੂੰ ਸੀ ਤਾਂ ਉਹਨਾਂ ਨੇ ਕੀ ਮੈਡਮ ਖਾਧਾ? SGL ਅਗਰ ਇਹ ਕਹਿ ਰਹੇ ਕਿ ਡਾਈਟ ਦਿੱਤੀ ਹੈ, 2 ਮਿੰਟ, ਅਗਰ ਕਹਿ ਰਹੇ ਡਾਈਟ ਦਿੱਤੀ ਆ, ਕੈਮਰੇ ਲੱਗੇ, ਫੁਟੇਜ ਕਢਾ ਕੇ ਦਿਖਾ ਦੇਣ ਕੀ ਡਾਈਟ ਦਿੱਤੀ ਹੈ। SGL ਤੋਂ ਪੈਸੇ ਘੁੱਟਣੀਆਂ ਦੇ ਪੇਸ਼ੈਂਟ ਇੱਕ ਮਿੰਟ, ਕਿਸ ਦਿੱਕਤ ਲਈ ਪੇਸ਼ ਆਪਣਾ ਪੇਸ਼ੈਂਟ ਦਾਖਲ ਕਰਾਇਆ ਸੀ? ਦਿੱਕਤ ਕੀ ਸੀ? ਆਹ ਦੇਖੋ ਕਾਈ ਯਾਰ, ਉਹ ਪੇਸ਼ੈਂਟ ਨੂੰ ਦਿੱਕਤ ਕੀ ਸੀ? ਮੇਨ ਪੇਸ਼ੈਂਟ ਨੂੰ ਬੁਖਾਰ ਘਟੇ ਸੀ, ਸੈੱਲ ਘਟੇ ਸੀ। ਉਸ ਤੋਂ ਬਾਅਦ ਅਸੀਂ ਚਲੇ ਗਏ SGL ਨੇ ਸਾਨੂੰ ਜਵਾਬ ਦਿੱਤਾ ਵੀ ਤੁਸੀਂ ਲੁਧਿਆਣੇ ਲੈ ਜਾਓ। ਅਸੀਂ ਤਾਂ ਪਟੇਲ ਲੈ ਆਏ ਕਿਉਂਕਿ ਇੱਥੇ ਨਾ ਮਸ਼ੀਨ ਹੈਗੀ, ਕੋਈ ਸੈਲਸ ਚੇਂਜ ਕਰ ਸਕਦੇ ਹਾਂ ਅਸੀਂ ਤਾਂ ਇੱਥੇ ਲੈ ਕੇ ਆਏ। ਇਹਨਾਂ ਨੇ ਦੇਖਿਆ ਪੈਸੇ ਬਣਾਉਣੇ ਸ਼ੁਰੂ ਕਰ ਦਿਓ। ਇਹਨਾਂ ਨੇ ਪੈਸੇ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਨੋਟ ਫਿਲਮ ਵਾਲਾ ਸੀਨ ਹੋ ਗਿਆ, ਅੰਦਰ ਬੈਠੇ ਆ ਪੈਸੇ ਬਣਾਈ ਜੋ। ਉਹ ਸ਼ਾਇਦ ਅਕਸ਼ੇ ਕੁਮਾਰ ਦੀ ਫਿਲਮ ਆਈ, ਉਹ ਸਿਸਟਮ ਕਰਦੇ ਆ ਇਹ ਲੋਕ। ਉਸ ਤੋਂ ਬਾਅਦ ਉਹੀ ਸਿਸਟਮ ਜਿਹੜਾ ਉੱਥੇ ਹੋਇਆ ਸੀ, ਪੈਸੇ ਲਓ, ਗੱਲ ਨੂੰ ਖਤਮ ਕਰ ਦਿਓ। ਹੁਣ ਵੀ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਦੇ ਵਿੱਚ ਰਿਕਾਰਡ ਆ। ਸਾਨੂੰ ਡਾਕਟਰ ਇਹ ਕਹਿੰਦੇ ਅੰਦਰ ਬੈਠ ਕੇ ਗੱਲ ਕਰੋ, ਹਰ ਕੋਈ ਕਹਿੰਦਾ ਅੰਦਰ ਬੈਠ ਕੇ ਗੱਲ ਕਰੋ। ਇਹਦਾ ਮਤਲਬ ਪੈਸੇ ਲੈ ਕੇ ਸੌਟ ਆਊਟ ਕਰੋ। ਇਹ ਤਾਂ ਫਿਲਮ ਵਾਲਾ ਸੀਨ ਹੋ ਗਿਆ, ਫਿਲਮ ਸੀਗੀ ਅਕਸ਼ੇ ਕੁਮਾਰ ਦੀ, ਉਹ ਸਿਸਟਮ ਆ ਵੀ ਇੱਕ ਗਲਤੀ ਕਰੋ, ਪੈਸੇ ਦਿਓ। ਕਿਹੜੇ ਡਾਕਟਰ ਦੇ ਕੋਲ ਟ੍ਰੀਟਮੈਂਟ ਚੱਲਦਾ ਸੀ ਉਦੋਂ ਸਰ ਐਮਰਜੈਂਸੀ ਜੂਨੀਅਰ ਡਾਕਟਰ ਸੀਗਾ। ਸਾਨੂੰ ਭਾਜੀ 40 ਮਿੰਟ ਤੇ ਸਾਨੂੰ ਸਮਝ ਆਊਗੀ, 40 ਮਿੰਟ ਤੇ ਸਾਨੂੰ ਸਮਝ ਆਊਗੀ। ਜਿਹਦਾ ਬੱਚੇ ਨੂੰ ਇੱਕ ਜਗ੍ਹਾ ਜਵਾਬ ਦਿੱਤਾ, ਉਹਨੂੰ ਇੱਥੇ ਲਿਆਂਦਾ ਗਿਆ, ਉਹਨੂੰ ਸਮਝ ਥੋੜਾ ਲੱਗਦੀ ਕਿਹੜਾ ਡਾਕਟਰ ਟ੍ਰੀਟ ਕਰੀ ਜਾਂਦਾ ਕਿ ਜਿਹੜਾ ਸਰ ਹਸਪੀਟਲ ਆ, ਅਗਰ ਪੇਸ਼ੈਂਟ ਆ ਰਿਹਾ ਕਹਿ ਰਿਹਾ ਐਮਰਜੈਂਸੀ ਫੀਸ ਤੁਹਾਡੀ 6000 ਰੁਪਏ ਲੱਗਣੀ ਆ, ਦੇਖੋ ਪੇ ਕੀਤੀ। ਪੈਸੇ ਦੀ ਕਪਲ ਨਹੀਂ ਤੋਂ ਮੈਨੂੰ ਤਾਂ ਦੱਸਣਾ ਚਾਹੀਦਾ ਹਸਪੀਟਲ ਦਾ, ਆਪਾਂ ਪੈਸੇ ਨਹੀਂ ਲੈਣੇ, ਅਸੀਂ ਰਿਟਰਨ ਚ ਲੈਣੀ ਇਹਨਾਂ ਕੋਲ ਮਿਸਟੇਕ। ਆ ਦੇਖੋ 6000 ਅਸੀਂ ਇਹਨਾਂ ਕੋਲ ਸਿਰਫ ਇਹੀ ਮੰਗਿਆ ਰਿਟਰਨ ਚ ਮਿਸਟੇਕ ਦੇਵੇ ਹਸਪੀਟਲ, ਤੇ ਉਸ ਬੰਦੇ ਤੇ ਅਸੀਂ ਕਾਰਵਾਈ ਕਰਾਵਾਂਗੇ ਜਿਹੜੇ ਬੰਦੇ ਨੇ ਉਹਨੂੰ ਅਥਾਰਟੀ ਦਿੱਤੀ ਵੀ ਪੈਸੇ ਦੇ ਕੇ ਸੌਟ ਆਊਟ ਗੱਲ ਕਰ। ਇੱਕ ਪਰਚਾ ਇਹਨਾਂ ਤੇ ਕੀਤਾ ਜਾਊਗਾ, ਇੱਕ ਹਸਪੀਟਲ ਦੇ ਐਮਡੀ ਤੇ ਅਸੀਂ ਕਰਵਾਵਾਂਗੇ। ਉਹਦੇ ਲਈ ਸਾਨੂੰ ਚਾਹੇ ਜਿੱਥੇ ਤੱਕ ਮਰਜ਼ੀ ਚੱਲਣਾ ਪਵੇ, ਅਸੀਂ ਇਸ ਹਸਪੀਟਲ ਦੇ ਐਮਡੀ ਤੇ ਜਿਸ ਬੰਦੇ ਨੇ ਉਹਨੂੰ ਅਥਾਰਟੀ ਦਿੱਤੀ ਉਹਦੇ ਤੇ ਅਸੀਂ ਕਾਰਵਾਈ ਕਰਾਉਣੀ। ਬਸ ਬੱਚੀ ਨੂੰ ਪ੍ਰੋਬਲਮ ਕੀ ਸੀ? ਬੱਚੀ ਨੂੰ ਭਾਜੀ ਸੈੱਲ ਘਟੇ ਸੀ, ਉਹਦੇ ਕਰਕੇ ਅਸੀਂ ਉੱਥੇ ਲੈ ਕੇ ਗਏ ਸੀਗੇ SGL ਵਾਲਿਆਂ ਨੇ ਕਿਹਾ ਵੀ ਨਹੀਂ ਬੱਚੀ ਨੂੰ DMC ਲੈ ਜਾਓ, ਮੁਸ਼ਕਲ ਆ ਵੀ ਬੱਚੀ ਦੇ ਬਚਣ ਦੇ ਚਾਂਸ ਨਹੀਂ ਹੈਗੇ। ਅਸੀਂ ਉੱਥੋਂ SGL ਤੋਂ ਆਕਸੀਜਨ ਲਾ ਕੇ ਐਂਬੂਲੈਂਸ ਇੱਥੇ ਲਿਆਏ ਆ। ਇਹਨਾਂ ਨੇ ਅੰਦਰ ਦਾਖਲ ਕਰ ਲਿਆ ICU ਚ। ਇਹ ਮੇਰਾ ਬ੍ਰਦਰ, ਮੇਰਾ ਭਤੀਜਾ, 2 ਅੰਦਰ ਨਾਲ ਰਹੇ ਨੇ। ਅੱਛਾ ਜੀ। ਉਹ ਪਰ ਇਹਨਾਂ ਨੇ ਉਹੀ ਚੀਜ਼ 40 ਮਿੰਟ ਨਾ ਕੁਝ ਲਾਇਆ ਨਾ ਕੁਝ ਕੀਤਾ, ਪੈਸੇ ਬਣਾਉਣ ਵਾਲੀ ਗੱਲ ਆ ਭਾਜੀ। ਇਹੀ ਸਭ ਤੋਂ ਵੱਡੀ ਗੱਲ ਆ, ਗਰੀਬ ਬੰਦੇ ਨਾਲ ਧੱਕਾ ਕਰਦੇ ਨੇ ਇਹ ਲੋਕ। ਪੈਸੇ ਨਹੀਂ ਚਾਹੀਦੇ ਸਾਨੂੰ। ਜਾਓ ਡਾਕਟਰ ਸਾਹਿਬ ਨਾਲ ਗੱਲ ਕਰੋ। ਡਾਕਟਰ ਸਾਹਿਬ ਆਇਆ ਡਾਕਟਰ ਸਾਹਿਬ। ਇਹਨਾਂ ਨੇ ਗੱਲ ਕੀਤੀ ਜੀ, ਇਹਨਾਂ ਨੇ ਗੱਲ ਕੀਤੀ ਸਾਡੇ ਨਾਲ, ਇਹਨਾਂ ਨੇ ਗੱਲ ਕੀਤੀ ਡਾਕਟਰ ਸਾਹਿਬ ਨੇ ਸਾਡੇ। ਇਹ ਕਹਿੰਦੇ ਨੇ ਅੱਗੋਂ ਕਹਿੰਦੇ ਨੇ ਅਸੀਂ ਉੱਤੇ ਕਾਰਵਾਈ ਕਰ ਦਿੰਦੇ ਆ ਉਸ ਅਕਾਊਂਟਸ ਦੇ। ਪੰਜਾਬੀਆਂ ਦੀ ਆਵਾਜ਼ ਉੱਚੀ ਹੁੰਦੀ ਹੈ, ਅਗਰ ਤੁਸੀਂ ਕਿਸੇ ਨਾਲ ਧੱਕਾ ਕਰੋਗੇ ਉਹਦੀ ਆਵਾਜ਼ ਉੱਚੀ ਨਿਕਲਣੀ ਹੈ। ਇਹ ਕੋ ਕਹਿੰਦੇ ਜੀ ਜੋ ਤੁਸੀਂ ਜੋ ਕਰਨਾ ਕਰ ਲਓ। ਕਹਿੰਦੇ ਪਰਚਾ ਦੇਣਾ ਦੇ ਦਿਓ, ਉਸ ਬੰਦੇ ਤੇ ਪਰਚਾ ਹੋਊਗਾ ਜਿਹੜਾ ਤੁਹਾਨੂੰ ਪੈਸੇ ਦੇਣ ਲਈ ਕਹਿ ਰਿਹਾ। ਠੀਕ, ਇੱਕ ਮਿੰਟ ਕੈਮਰਾ ਪੁਆਇੰਟ ਕਰੋ, ਇਹਨਾਂ ਵੱਲ ਕਰੋ। ਗੱਲ ਤਾਂ ਸਾਰੀ ਇਹ ਕਰ ਰਹੇ ਨੇ। ਸਰ ਬਲੇਮ ਤਾਂ ਤੁਹਾਡੇ ਤੇ ਲਾ ਰਹੇ ਨੇ। ਤੁਹਾਡੇ ਤੇ ਲਾ ਰਹੇ ਨੇ। ਸਾਡਾ ਕੀ ਕਹਿਣਾ ਵਾ? ਪੇਸ਼ੈਂਟ 11 ਤਰੀਕ ਨੂੰ ਰਾਤੀ ਸਾਡੇ ਕੋਲ ਆਏ, ਠੀਕ ਹੈ। ਹਾਂ, ਮੈਂ ਰਿਕੁਐਸਟ ਕਰਾਂਗਾ। ਹਾਂਜੀ ਸਰ। ਹਾਂ, ਮੈਂ ਪਹਿਲਾਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ, ਮੈਂ ਪਹਿਲਾਂ ਰਿਕੁਐਸਟ ਕਰਾਂਗਾ, ਜਿਵੇਂ ਇਹਨਾਂ ਦੀ ਗੱਲ ਤੁਸੀਂ ਵਿਗਨ ਦੇ ਬਗੈਰ ਸੁਣੀ ਹੈ, ਠੀਕ ਹੈ। 1 ਮਿੰਟ ਹੀ ਆਪਾਂ ਗੱਲ ਕਰਨੀ ਹੈ। ਹਸਪਤਾਲ ਬਤੌਰ ਸਾਡੀ ਪੇਸ਼ੈਂਟ ਦੇ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉਹ ਜ਼ਿੰਮੇਵਾਰੀਆਂ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ। ਮੇਰਾ ਨਾਮ ਡਾਕਟਰ ਸ਼ਾਮਿਤ ਚੋਪੜਾ ਹੈ, ਠੀਕ ਹੈ। ਮੈਂ ਇਸ ਹਸਪੀਟਲ ਦਾ ਹੈਡ ਐਂਡ ਨੈਕ ਸਰਜਨ ਹੈਗਾ। ਹਸਪਤਾਲ ਵਿੱਚ ਐਮਰਜੈਂਸੀ ਮਰੀਜ਼ ਆਉਂਦੇ ਨੇ, ਵੱਡੇ ਹਸਪਤਾਲ ਵਿੱਚ ਐਮਰਜੈਂਸੀ ਜ਼ਿਆਦਾ ਮਰੀਜ਼ ਆਉਂਦੇ ਨੇ। ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਇੱਕ ਜਵਾਨ ਕੁੜੀ ਆਈ, ਪਰ ਉਸ ਹਾਲਤ ਵਿੱਚ ਆਈ ਜਿੱਥੇ ਉਹਨੂੰ ਬਚਾਉਣਾ ਮੁਮਕਿਨ ਨਹੀਂ ਸੀ, ਜਿਹੜਾ ਪਰਿਵਾਰ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈ। ਪੇਸ਼ੈਂਟ ਦੇ ਰਿਸ਼ਤੇਦਾਰਾਂ ਦੇ ਜੋ ਇਸ਼ੂਜ਼ ਇਸ ਵੇਲੇ ਮੌਤ ਦੇ 5ਵੇਂ-6ਵੇਂ ਦਿਨ ਆ ਰਹੇ ਨੇ, ਉਹ ਸਾਰੇ ਰਿਜ਼ੋਲਵ ਕਰਨ ਵਿੱਚ, ਭਾਵੇਂ ਉਹ ਫਾਈਨੈਂਸ਼ੀਅਲ ਇਸ਼ੂਜ਼ ਹੋਣ, ਭਾਵੇਂ ਕੋਈ ਪ੍ਰੋਸੀਜਰਲ ਇਸ਼ੂਜ਼ ਹੋਣ, ਉਹ ਡਿਸਕਸ ਕਰਨ ਲਈ ਅਸੀਂ ਹਰ ਟਾਈਮ ਰੈਡੀ ਹੈਗੇ, ਠੀਕ ਹੈ। ਸਾਨੂੰ ਇਸ ਗੱਲ ਦਾ ਸੋਗ ਹੈ, ਪਰ ਜਿਵੇਂ ਪਰਿਵਾਰ ਨੂੰ ਹੈਗਾ ਕਿ ਪੇਸ਼ੈਂਟ ਦੀ ਇੱਕ ਟਾਈਮ ਤੇ ਮੌਤ ਹੋਈ ਹੈ, ਜਿਸ ਟਾਈਮ ਤੇ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਕੰਟਰੀਬਿਊਸ਼ਨਸ ਜਾਂ ਜ਼ਿੰਦਗੀ 'ਚ ਬਹੁਤ ਸਾਰੀ ਚੀਜ਼ਾਂ ਕਰਨੀਆਂ ਹੁੰਦੀਆਂ ਨੇ, ਪਰ ਉਹਦੇ ਬਾਵਜੂਦ ਜੇ ਫੈਮਿਲੀ ਜਾਂ ਜੇ ਪਰਿਵਾਰ ਕੋਈ ਗੱਲ ਸਾਡੇ ਨਾਲ ਕਰਨੀ ਚਾਹੇ, ਠੀਕ ਹੈ, ਤਾਂ ਇੱਕ ਸੌਹਾਰਦਪੂਰਨ ਇਨਵਾਇਰਨਮੈਂਟ ਹੋਣੀ ਚਾਹੀਦੀ ਹੈ।
ਪਰਿਵਾਰ ਹਸਪਤਾਲ ਦਾ ਕੋਈ ਨੁਮਾਇੰਦਾ ਜੇ ਮੰਨ ਲਓ ਉਹਨੇ ਕੋਈ ਬਿਲਿੰਗ ਵਿੱਚ ਕੋਈ ਇਦਾਂ ਦੀ ਚੀਜ਼ ਕੀਤੀ ਜਿਹੜੀ ਇਹਨਾਂ ਨੂੰ ਸੂਟ ਨਹੀਂ ਕੀਤੀ ਤਾਂ ਉਹਦਾ ਸੋਲੂਸ਼ਨ ਵੀ ਹੁੰਦਾ ਹੈ, ਠੀਕ ਹੈ। ਪਰ ਉਹਦਾ ਮਤਲਬ ਇਹ ਨਹੀਂ ਕਿ ਅਨਨੈਸੈਸਰੀਲੀ ਆਪਾਂ ਆਰੋਪ ਲਗਾਈਏ, ਠੀਕ ਹੈ। ਡਾਕਟਰੀ ਕੌਮ ਉਦਾਂ ਹੀ ਅੱਜ ਕੱਲ੍ਹ ਅਨਨੈਸੈਸਰੀਲੀ ਪ੍ਰੈਸ਼ਰਾਈਜ਼ ਕੌਮ ਹੈਗਾ, ਠੀਕ ਹੈ। ਸਾਨੂੰ ਸਾਡਾ ਪੇਸ਼ੈਂਟ ਦਾ ਕੰਮ ਕਰਨ ਦਿਓ, ਇਹਨਾਂ ਦੇ ਨਹੀਂ ਤਾਂ ਬਾਕੀ ਪੇਸ਼ੈਂਟਸ ਦਾ ਕੰਮ ਕਰਨ ਦਿਓ, ਇਹ ਸਾਡੀ ਰਿਕੁਐਸਟ ਹੈਗੀ। ਹਸਪਤਾਲ ਦੇ ਮੇਨ ਵੇਟਿੰਗ ਏਰੀਆ ਵਿੱਚ ਮੇਰੇ ਪਿੱਛੇ ECHS ਕਾਊਂਟਰ ਹੈ, ਉੱਥੇ ਅੱਜ 80 90 100 ਪੇਸ਼ੈਂਟ ਰਜਿਸਟਰ ਹੋਏ ਨੇ, ਠੀਕ ਹੈ। ਉਹਨਾਂ ਦਾ ਕੰਮ ਰੁਕਿਆ ਹੋਇਆ ਕਿਉਂਕਿ ਮੈਂ ਤਾਂ ਤੁਸੀਂ ਇੱਥੇ ਖੜੇ ਹਾਂ, ਠੀਕ ਹੈ। ਇਹ ਕੋਈ ਤਰੀਕਾ ਥੋੜ੍ਹੀ ਹੈ। ਉੱਦਾਂ ਹੀ ਇਹ ਕੋਈ ਤਰੀਕਾ ਨਹੀਂ ਹੈ ਜਿਹਦੇ ਵਿੱਚ ਅਸੀਂ ਹਸਪਤਾਲ ਵਿੱਚ ਉੱਚੀ ਆਵਾਜ਼ 'ਚ ਗੱਲ ਕਰੀਏ ਤੇ ਐਕਸਪੈਕਟ ਕਰੀਏ ਕਿ ਉੱਚੀ ਆਵਾਜ਼ 'ਚ ਵਾਪਸ ਗੱਲ ਨਾ ਕੀਤੀ ਜਾਏ। ਜੋ ਸਿਕਿਉਰਿਟੀ ਅਰੇਂਜਮੈਂਟਸ ਜੋ ਸਾਨੂੰ ਕਰਨ ਦੀ ਲੋੜ ਹੈ, ਇਹ ਵੀ ਉਨੇ ਹੀ ਸਿਕਿਉਰ ਹੈਗੇ ਇਸ ਹਸਪਤਾਲ 'ਚ ਇਸ ਵੇਲੇ ਜਿੰਨਾ ਮੈਂ ਸਿਕਿਉਰ ਹੈਗਾ, ਠੀਕ ਹੈ। ਇਹ ਗੱਲ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਮੇਰੀ ਗੱਲ ਭਾਜੀ ਅਸੀਂ ਤੁਹਾਡੀ ਸੁਣੀ, ਮੇਰੀ ਤੁਹਾਡੀ ਸੁਣੀ, ਇਹਨਾਂ ਦੀ ਸੁਣੀਏ ਸਰ ਪਲੀਜ਼। ਪਲੀਜ਼ ਤੁਸੀਂ ਨਾ ਬੋਲੋ, ਸਾਨੂੰ ਪੁੱਛੋ। ਸਰ ਕੋਈ ਸਵਾਲ ਹੈ ਕਿ ਇਹ ਤਾਂ ਪਹਿਲਾ ਮਾਮਲਾ ਹੈ ਜਿਹੜਾ ਇਹ ਪੜ੍ਹੇ ਲਿਖੇ ਨੇ ਇਹਨਾਂ ਨੂੰ ਸਮਝ ਲੱਗ ਗਈ ਕਿ ਇੰਨਾ ਬਿੱਲ ਜੋ ਨਜਾਇਜ਼ ਵਿੱਚ ਪਿਆ, ਇਦਾਂ ਕਿੰਨੇ ਪੇਸ਼ੈਂਟ ਦੇ ਨਾਲ ਠੱਗੀ ਹੁੰਦੇ ਹੈਗੇ, ਤੁਹਾਡੇ ਡਿਪਾਰਟਮੈਂਟ ਨੂੰ ਸੋਚਣਾ ਚਾਹੀਦਾ। ਮੈਂ 50 ਲੋਕਾਂ ਦੀ ਮੌਜੂਦਗੀ ਵਿੱਚ ਉਹ ਗੱਲ ਕਰਨ ਦੀ ਮੈਨੂੰ ਲੋੜ ਨਹੀਂ ਜਿਹੜੀ ਗੱਲ ਮੈਂ ਪਰਿਵਾਰ ਦੇ ਮੇਨ ਨੁਮਾਇੰਦਿਆਂ ਨਾਲ ਕਰ ਸਕਦਾ। ਇਹਨਾਂ ਦਾ ਸੋਗ ਹੈਗਾ, ਮੈਂ ਸਮਝ ਸਕਦਾ ਕਿ ਇਹਨਾਂ ਦਾ ਰਿਐਕਸ਼ਨ ਇਦਾਂ ਕਿਉਂ ਹੈ, ਰੋਸ਼ ਕਿਉਂ ਹੈ, ਪਰ ਉਹਦੇ ਬਾਵਜੂਦ ਉਹ ਗੱਲ ਜਿਹੜੀ ਹੈ ਉਹ ਕਰਨੀ ਜਿਸ ਸਿਸਟਮ ਦੇ ਵਿੱਚ ਗੜਬੜ ਹੋਈ, ਮੰਨ ਲਓ ਹੋ ਸਕਦੀ ਗੜਬੜ, ਕੋਈ ਵੱਡੀ ਗੱਲ ਨਹੀਂ, ਗਲਤੀ ਹੋ ਸਕਦੀ, ਪਰ ਤੁਸੀਂ ਇਹ ਤੁਹਾਡਾ ਸਿਸਟਮ ਜਿਹੜਾ ਸੀ, ਤੁਹਾਡੇ ਲੋਕ ਸੀਗੇ, ਉਹ ਇਹਨਾਂ ਨੂੰ ਇਨਫੋਰਮ ਤਾਂ ਕਰ ਸਕਦੇ ਸੀ ਨਾ ਤੁਹਾਡੀ ਫੈਸਿਲਿਟੀ। ਬੇਟਾ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਾਂਗਾ, ਠੀਕ ਹੈ। ਮੈਂ ਜਿਹੜੀ ਗੱਲ ਕਹੀ ਜਿਸ ਤੋਂ ਬਾਅਦ ਇਹਨਾਂ ਨੇ ਵਿੱਚੋਂ ਦੁਬਾਰਾ ਟੋਕਿਆ ਮੈਨੂੰ, ਪਰ ਕੁਝ ਨਹੀਂ ਹੁੰਦਾ, ਠੀਕ ਹੈ। ਮੈਂ ਆਨਸਰੇਬਲ ਮੈਂ ਤੁਹਾਨੂੰ ਨਹੀਂ, ਪਰ ਉਹਦੇ ਬਾਵਜੂਦ ਤੁਸੀਂ ਸਵਾਲ ਪੁੱਛਿਆ, ਪਿਆਰ ਨਾਲ ਪੁੱਛਿਆ ਤਾਂ ਮੈਂ ਜਵਾਬ ਦੇ ਰਿਹਾ। ਉਦਾਂ ਇਹ ਪਿਆਰ ਨਾਲ ਪੁੱਛਣਗੇ ਤਾਂ ਆਪਾਂ ਜਵਾਬ ਦੇਵਾਂਗੇ, ਠੀਕ ਹੈ। ਇਹਨਾਂ ਦਾ ਗਮ ਮਸਾ ਸਮਝ ਸਕਦੇ ਆ, ਪਰ ਉਹਦੇ ਬਾਵਜੂਦ ਗੱਲ ਉੱਚੀ ਕਰਨ ਦਾ ਕੋਈ ਪੁਆਇੰਟ ਨਹੀਂ ਹੁੰਦਾ। ਮੇਰਾ ਇਹ ਨਜ਼ਰੀਆ ਹੈਗਾ, ਤੁਹਾਡਾ ਨਜ਼ਰੀਆ ਅਲੱਗ ਹੋ ਸਕਦਾ, ਠੀਕ ਹੈ। ਦੁਬਾਰਾ ਤੁਸੀਂ ਇਹਨਾਂ ਵੱਲ ਬੇਟਾ ਤੁਸੀਂ ਇਹਨਾਂ ਵੱਲ ਪੁਆਇੰਟ ਕਰੋ, ਇਹ ਗੱਲ ਕਰਨਾ ਚਾਹੁੰਦੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਬੇਟਾ ਇਹ ਮੈਂ ਤੁਹਾਨੂੰ ਟੋਕ ਰਿਹਾ ਇਸ ਵੇਲੇ, ਮੈਂ ਹੁਣੇ ਟੋਕ ਰਿਹਾ ਤੁਹਾਨੂੰ ਇੱਕ ਗੱਲ ਕਹਿਣ ਲਈ, ਇਹ ਕੋਈ ਟ੍ਰਾਇਲ ਬਾਈ ਮੀਡੀਆ ਨਹੀਂ, ਠੀਕ ਹੈ। ਪਲੀਜ਼ ਟਰਾਈ ਐਂਡ ਅੰਡਰਸਟੈਂਡ। ਸਾਡੇ ਦੇਸ਼ ਵਿੱਚ ਜੇ ਮੰਨ ਲਓ ਕਿਸੇ ਨੂੰ ਵੀ ਕੋਈ ਇਸ਼ੂ ਹੈਗਾ, ਉਹ ਕੰਜ਼ਿਊਮਰ ਕੋਰਟ, ਕੋਰਟਸ ਆਫ ਲਾਅ, ਸਾਰੀਆਂ ਚੀਜ਼ਾਂ ਨੂੰ ਅਪਰੋਚ ਕਰ ਸਕਦਾ। ਇਹਨਾਂ ਦੀ ਮੈਂ 2 ਵਾਰੀ ਗੱਲ ਸੁਣੀ ਭਾਈ ਸਾਹਿਬ ਦੀ ਕਿ ਇਹ ਪਰਚਾ ਕਰਨਾ ਚਾਹੁੰਦੇ ਨੇ, ਕਾਨੂੰਨੀ ਕਾਰਵਾਈ ਦੀ ਆਪਸ਼ਨ ਇਹਨਾਂ ਕੋਲ ਹੈਗੀ, ਠੀਕ ਹੈ। ਦਿਸ ਇਜ਼ ਨਾਟ ਅ ਟ੍ਰਾਇਲ ਬਾਈ ਮੀਡੀਆ, ਲੈਟ ਅਸ ਅੰਡਰਸਟੈਂਡ ਦੈਟ। ਜਿੱਥੇ ਤੱਕ ਜੋ ਇਹਨਾਂ ਨੇ ਕਿਹਾ, ਠੀਕ ਹੈ, ਕਿ ਕਿਸੇ ਨੇ ਇਹਨਾਂ ਨੂੰ ਮਨੀ ਆਫਰ ਕੀਤੀ, ਮਨੀ ਆਫਰ ਨਹੀਂ ਕੀਤੀ ਗਈ ਹੋਣੀ, ਉਸ ਚੀਜ਼ ਦੀ ਮੈਨੂੰ ਤਫਤੀਸ਼ ਜੇ ਕਰਨ ਦੇਣਗੇ ਤਾਂ ਮੈਂ ਕਰ ਲਾਂਗਾ। ਜੇ ਹਸਪਤਾਲ ਦੀ ਮੇਨ ਰਿਸੈਪਸ਼ਨ ਤੇ ਆ ਕੇ ਉੱਚੀ ਗੱਲ ਕਰਨਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਮੇਰਾ ਅਟੈਂਸ਼ਨ ਪਹਿਲਾਂ ਉਸ ਐਮਰਜੈਂਸੀ ਸਿਚੁਏਸ਼ਨ ਵੱਲ ਡਾਇਵਰਟ ਹੋਏਗਾ ਤਾਂ ਕਿ ਮੇਰੇ ਇਲਾਵਾ ਬਾਕੀ ਕੋਈ ਪੇਸ਼ੈਂਟਸ ਜਿਹੜੇ ਹੈਗੇ ਉਹ ਡੈਮੇਜ ਨਾ ਹੋਣ, ਉਹ ਹਾਰਮ ਨਾ ਹੋਣ। ਜਿੰਨਾ ਮੈਂ ਹਜੇ ਤੱਕ ਸਮਝ ਪਾਇਆ, ਹਸਪਤਾਲ ਦੀ ਮੈਨੇਜਮੈਂਟ ਚੋਂ ਕਿਸੇ ਪਰਸਨ ਨੇ ਇਹਨਾਂ ਨਾਲ ਕੋਈ ਇਦਾਂ ਦੀ ਗੱਲ ਨਹੀਂ ਕੀਤੀ। ਇਹ ਹਸਪਤਾਲ ਦੇ ਕਲੈਰੀਕਲ ਸਟਾਫ ਕੋਲ ਆਏ, ਕਲੈਰੀਕਲ ਸਟਾਫ ਕੋਲ ਆਥੋਰਾਈਜੇਸ਼ਨ ਨਹੀਂ ਸੀਗੀ ਕੁਝ ਕਰਨ ਦੀ, ਉਹਨਾਂ ਨੂੰ ਅਕਾਊਂਟਸ ਮੈਨੇਜਰ ਕੋਲ ਲੈ ਗਏ, ਅਕਾਊਂਟਸ ਮੈਨੇਜਰ ਕੋਲ ਗਏ, ਠੀਕ ਹੈ। ਉੱਥੇ ਕਾਫੀ ਉੱਚੀ ਆਵਾਜ਼ ਸੀ, ਮੇਰੀ ਗੱਲ ਪੂਰੀ ਹੋਣ ਦਿਓ ਨਾ, ਤੂੰ ਸਵਾਲ ਪੁੱਛਿਆ ਮੈਨੂੰ ਜਵਾਬ ਦੇਣ ਦੇ, ਠੀਕ ਹੈ। ਸੋ ਹਸਪੀਟਲ ਦੇ ਕਲੈਰੀਕਲ ਸਟਾਫ ਇਹਨਾਂ ਨੂੰ ਅਕਾਊਂਟਸ ਮੈਨੇਜਰ ਕੋਲ ਲੈ ਕੇ ਗਏ, ਅਕਾਊਂਟਸ ਮੈਨੇਜਰ ਜਿਹੜਾ ਸੀਗੇ, ਠੀਕ ਹੈ, ਇਹਨਾਂ ਨੇ ਇੱਕ ਸੋਲੂਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਮੈਨੂੰ ਹਜੇ ਨਹੀਂ ਪਤਾ, ਠੀਕ ਹੈ। ਜੋ ਸੋਲੂਸ਼ਨ ਪ੍ਰੋਵਾਈਡ ਹੋਈ ਹੈ, ਠੀਕ ਹੈ। ਜੇ ਹਸਪਤਾਲ ਵਿੱਚ ਇਦਾਂ ਦਾ ਮਾਹੌਲ ਨਹੀਂ ਪੈਦਾ ਕਰਨਗੇ ਤਾਂ ਮੈਂ ਆਪਣੇ ਅਕਾਊਂਟਸ ਮੈਨੇਜਰ ਕੋਲ ਜਾਵਾਂਗਾ, ਉਹਦੇ ਨਾਲ ਗੱਲ ਕਰ ਲਾਂਗਾ, ਠੀਕ ਹੈ, ਤੇ ਸ਼ਾਇਦ ਤੁਹਾਨੂੰ ਜਵਾਬ ਕੱਲ ਮਿਲ ਜਾਏਗਾ। ਹੋਰ ਮੈਂ ਕੀ ਕਹਿ ਸਕਦਾ। ਸਾਡੇ ਇੱਕ ਫੈਕਲਟੀ ਮੈਂਬਰ ਸੀ ਸਰਦਾਰ ਜੀ, ਉਹ ਇੰਨੀ ਗੱਲ, ਉਹਨਾਂ ਨੇ ਆਪਣਾ ਕਾਰਡ ਜਿਹੜਾ ਸੀ ਉਹ ਲੁਕੋਇਆ ਹੋਇਆ ਸੀ, ਅਸੀਂ ਨਾਮ ਨਹੀਂ ਉਹਨਾਂ ਦਾ ਪਤਾ ਕਰ ਪਾਏ, ਪਰ ਉਹ ਇੰਨੀ ਗੱਲ ਕਹਿ ਕੇ ਗਏ ਵੀ ਇਹਨਾਂ ਨੂੰ ਇਸ ਲਈ ਇਹ ਚੀਜ਼ਾਂ ਕਹੀਆਂ ਗਈਆਂ ਸੀਗੀਆਂ ਕਿਉਂਕਿ ਬਹੁਤ ਉੱਚੀ ਬੋਲ ਰਹੇ ਸੀਗੇ, ਸਾਨੂੰ ਇਸ ਲੜਾਈ ਦਾ ਮਾਹੌਲ ਨਾ ਬਣ ਜਾਵੇ। ਕਿ ਨਹੀਂ, ਮੈਂ ਤੁਹਾਡਾ ਸਵਾਲ ਨਹੀਂ ਸਮਝਿਆ। ਤੁਹਾਡੇ ਫੈਕਲਟੀ ਮੈਂਬਰ ਨੇ ਕਿਹਾ, ਮੇਰੇ ਫੈਕਲਟੀ ਮੈਂਬਰ ਮੈਡੀਕਲ ਫੈਕਲਟੀ ਵੀ ਹੁੰਦੀ ਹੈ ਬੇਟਾ, ਅਕਾਊਂਟਸ ਫੈਕਲਟੀ ਵੀ ਹੁੰਦੀ ਹੈ, ਐਡਮਿਨਿਸਟ੍ਰੇਟਿਵ ਵੀ ਹੁੰਦੀ ਹੈ। ਉਹ ਸਰਦਾਰ ਜੀ ਕਹਿੰਦੇ ਅਸੀਂ ਇਹਨਾਂ ਨੂੰ ਇਸ ਲਈ ਇੰਨੀ ਗੱਲ ਕਹੀ ਸੀਗੀ ਵੀ ਤੁਸੀਂ ਅੰਦਰ ਬੈਠ ਕੇ ਜਾਂ ਜੇ ਪੈਸਿਆਂ ਨਾਲ ਨਿਬੜਦੀ ਤਾਂ ਉਹਨਾਂ ਨਿਬੇੜ ਲੈਂਦੇ ਆ, ਕਿਉਂਕਿ ਇਹ ਆਪਸ ਦੇ ਵਿੱਚ ਲੜ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੇਟਾ, ਅੱਜ ਕੱਲ ਜਿੱਦਾਂ ਦਾ ਜ਼ਮਾਨਾ ਹੈ ਨਾ, ਤੇ ਉਹ ਹਸਪਤਾਲਾਂ ਤੱਕ ਗੱਲ ਸੀਮਿਤ ਨਹੀਂ ਹੈਗੀ ਜੀ। ਜਿੱਦਾਂ ਦਾ ਜ਼ਮਾਨਾ ਇਸ ਵੇਲੇ ਹੈਗਾ ਨਾ, ਉੱਥੇ ਹਰ ਇਨਸਾਨ ਵੀ ਟੈਂਡ ਟੂ ਅਸਿਊਮ ਦਾ ਨੈਗੇਟਿਵ ਥਿੰਗ, ਠੀਕ ਹੈ। ਅਸੀਂ ਹਮੇਸ਼ਾ ਨਕਾਰਾਤਮਕ ਹੀ ਸੋਚਦੇ ਹਾਂ, ਸਕਾਰਾਤਮਕ ਨਹੀਂ ਸੋਚਦੇ। ਸਾਡੀ ਜ਼ਿੰਦਗੀਆਂ ਵਿੱਚ ਹਰ ਚੀਜ਼ ਵਿੱਚ ਇਹੀ ਚੱਲ ਰਿਹਾ ਅੱਜ ਤੱਕ, ਠੀਕ ਹੈ। ਸੋ ਮੈਨੂੰ ਇਹ ਨਹੀਂ ਪਤਾ ਐਗਜ਼ੈਕਟ ਸ਼ਬਦ ਕੀ ਯੂਜ਼ ਕੀਤੇ ਗਏ, ਪਰ ਮੇਰੀ ਫੈਕਲਟੀ ਕੋਈ ਵੀ ਇਦਾਂ ਦੀ ਨਹੀਂ ਹੈਗੀ ਜਿਹਨਾਂ ਤੁਸੀਂ ਬਿਊਰਾ ਦਿੱਤਾ। ਇਸ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਆਫੀਸਰ ਔਨ ਡਿਊਟੀ ਸੀਗੇ, ਉਹਨਾਂ ਨੇ ਕੰਸਲਟੈਂਟ ਨੂੰ ਇਨਫੋਰਮ ਕੀਤਾ। ਇਹ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਇਹਨਾਂ ਨੂੰ ਬਾਕੀ ਹਸਪਤਾਲਾਂ ਚੋਂ ਭੇਜਿਆ ਗਿਆ ਬਿਕੋਜ਼ ਉਹਨਾਂ ਨੂੰ ਉਮੀਦ ਨਹੀਂ ਸੀਗੀ। ਜਿਹੜੇ ਹਸਪਤਾਲ ਚੋਂ ਭੇਜਿਆ ਗਿਆ, ਇਹ ਇੱਕ ਜ਼ਿਆਦਾ ਵੱਡਾ ਹਸਪਤਾਲ ਹੈਗਾ, ਇਸ ਕਰਕੇ ਕਦੇ-ਕਦੇ ਆਪਾਂ ਇਹਨਾਂ ਵਰਗੇ ਪੇਸ਼ੈਂਟ ਨੂੰ ਬਚਾਉਣ 'ਚ ਕਾਮਯਾਬ ਹੋ ਜਾਂਦੇ ਹਾਂ। ਅਸੀਂ ਰੱਬ ਨਹੀਂ, ਆਪਾਂ ਰੱਬ ਹੋਣ ਦਾ ਕਲੇਮ ਵੀ ਨਹੀਂ ਕਰਦੇ, ਠੀਕ ਹੈ। ਪਰ ਜੇ ਪੇਸ਼ੈਂਟ ਕ੍ਰਿਟੀਕਲ ਹੈਗਾ, ਠੀਕ ਹੈ, ਤਾਂ ਉਹਨਾਂ ਨੂੰ ਐਕਸੈਪਟ ਜ਼ਰੂਰ ਕੀਤਾ ਜਾਂਦਾ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਬਚ ਜਾਂਦੇ ਨੇ ਤਾਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਠੀਕ ਹੈ, ਪਰ ਜੇ ਮਰ ਜਾਂਦੇ ਨੇ ਤਾਂ ਡਾਕਟਰ ਦੀ ਗਲਤੀ ਹੁੰਦੀ ਹੈ, ਠੀਕ ਹੈ। ਇਹ ਨਜ਼ਰੀਆ ਹੁਣ ਬਣ ਚੁੱਕਾ ਹੈ, ਅਨਫੋਰਚੂਨੇਟਲੀ ਉਹਦਾ ਮੈਂ ਕੁਝ ਕਰ ਨਹੀਂ ਸਕਦਾ। ਆਈ ਐਮ ਨਾਟ ਅਕਾਊਂਟੇਬਲ ਟੂ ਦ ਮੀਡੀਆ, ਪਰ ਚੂੰਕਿ ਪਿਆਰ ਨਾਲ ਤੁਸੀਂ ਸਵਾਲ ਪੁੱਛ ਰਹੇ ਹੋ ਤੁਹਾਨੂੰ ਜਵਾਬ ਮਿਲ ਰਿਹਾ, ਠੀਕ ਹੈ। ਉਦਾਂ ਹੀ ਜੇ
ਜਦੋਂ ਮੈਨੂੰ ਨੌਲੇਜ ਮਿਲੀ ਇਹਨਾਂ ਦੇ ਸਿਚੁਏਸ਼ਨ ਬਾਰੇ ਉਸ ਵੇਲੇ ਮੈਂ ਇੱਥੇ ਆਇਆ, ਠੀਕ ਹੈ। ਉਸ ਵੇਲੇ ਇੰਨਾ ਉਪਦਰਵ ਸੀਗਾ, ਤੁਸੀਂ ਵੀ ਇੱਥੇ ਨਹੀਂ ਸੀਗੇ, ਤੁਹਾਡੇ ਚੋਂ 1-2 ਲੋਕੀ ਹੋਣਗੇ, ਨੁਮਾਇੰਦੇ ਹੋਣਗੇ ਪ੍ਰੈਸ ਦੇ, ਠੀਕ ਹੈ। ਇੰਨਾ ਜ਼ਿਆਦਾ ਸੀਗਾ, ਠੀਕ ਹੈ, ਕਿ ਮੇਰੇ ਕੋਲ ਗੱਲ ਕਰਨ ਦੇ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਸੀ ਕਿ ਮੈਂ ਗੱਲ ਵੀ ਕੀ ਕਰਾਂ। 50 ਲੋਕੀ ਜੇ ਗੱਲ ਕਰਨਗੇ, ਇਸ ਵੇਲੇ ਬੜੇ ਪਿਆਰ ਨਾਲ ਸਾਰੇ ਲੋਕੀ ਗੱਲ ਸੁਣ ਰਹੇ ਨੇ, ਚੰਗੀ ਗੱਲ ਹੈ। ਅਕਾਊਂਟਸ ਮੈਨੇਜਰ ਇੱਕੋ ਚੀਜ਼ ਕਹਿਣੀ ਆ ਕਿ ਸਾਡਾ ਪੇਸ਼ੈਂਟ ਦੀ ਡੈਥ ਹੋ ਗਈ, ਅਸੀਂ ਉਸ ਚੀਜ਼ ਨੂੰ ਨਹੀਂ ਬਲੀਵ ਨਹੀਂ ਕਰ ਬਲੇਮ ਤਾਂ ਲਾਇਆ ਹੀ ਨਹੀਂ ਆਪਾਂ। ਪਰਮਾਤਮਾ ਨੇ ਕੀਤਾ, ਤੁਹਾਡੀ ਗੱਲ ਦਾ ਜਵਾਬ ਮੈਂ ਤੁਹਾਡੀ ਗੱਲ ਪੂਰੀ ਸੁਣਾਂਗਾ, ਪਰ ਪਹਿਲਾਂ ਇਸ ਗੱਲ ਤੇ ਰੋਕਣ ਦਿਓ। ਜੇ ਪੇਸ਼ੈਂਟ ਕਿਸੇ ਡਾਕਟਰ ਦੀ ਗਲਤੀ ਨਾਲ ਹੋਇਆ ਹੁੰਦਾ, ਠੀਕ ਹੈ, ਜੇ ਉਹਨੂੰ ਕੇਅਰ ਨਾ ਮਿਲਿਆ ਹੁੰਦਾ ਤਾਂ ਇਸ਼ੂ 11 ਤਰੀਕ ਨੂੰ ਆਉਂਦਾ। ਪਲੀਜ਼ ਇਸ ਗੱਲ ਨੂੰ ਸਮਝੋ, ਠੀਕ ਹੈ। ਆਪਾਂ 17 ਤਰੀਕ ਤੇ ਖੜੇ ਹੋਏ ਆ ਤੇ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ 11 ਤਰੀਕ ਦੇ ਮੈਡੀਕਲ ਇਸ਼ੂਜ਼ ਰਿਜ਼ੋਲਵ ਹੋਣਗੇ, ਉਹ ਐਕਸਪੈਕਟ ਨਾ ਕਰੋ, ਠੀਕ ਹੈ। ਉਹ ਸਿਚੁਏਸ਼ਨ ਫੈਮਿਲੀ ਸਮਝਦੀ ਹੈ, ਅਸੀਂ ਫੈਮਿਲੀ ਦੇ ਨਾਲ ਉਹਨਾਂ ਦੇ ਸੋਗ ਵਿੱਚ ਹੈਗੇ, ਠੀਕ ਹੈ। ਆਪਾਂ ਇਸ ਗੱਲ ਨੂੰ ਸਮਝਦੇ ਹਾਂ। ਇਸ ਕਰਕੇ ਜਿਹੜੀ ਤੁਸੀਂ ਮੈਨੂੰ ਗੱਲ ਕਹਿ ਰਹੇ ਹੋ, ਜਿਹੜਾ ਪਹਿਲਾ ਵਾਕਿਆ ਤੁਸੀਂ ਕਿਹਾ, ਉਸ ਗੱਲ ਦਾ ਮੈਂ ਖੰਡਨ ਸਿਰਫ ਇੰਨਾ ਕਰਾਂਗਾ ਕਿ ਲੈਕ ਆਫ ਕੋਈ ਹੋਰ ਹੈ ਸਵਾਲ ਤਾਂ ਪਹਿਲਾਂ ਸੁਣੋ। ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਲੈਕ ਆਫ ਹੈਲਥ ਕੇਅਰ ਇਜ਼ ਨਾਟ ਦ ਇਸ਼ੂ। ਦ ਇਸ਼ੂ ਇਜ਼ ਕਿ ਤੁਸੀਂ ਆਰਗੇਨਾਈਜੇਸ਼ਨਲ ਸਟਰਕਚਰ ਬਾਰੇ ਤੁਹਾਨੂੰ ਕੁਝ ਸਵਾਲ ਜਾਂ ਅਕਾਊਂਟਿੰਗ ਬਾਰੇ ਕੋਈ ਸਵਾਲ ਹੈਗੇ, ਉਹ ਅਕਾਊਂਟਸ ਦੇ ਲੈਵਲ ਤੇ ਜੇ ਨਹੀਂ ਰਿਜ਼ੋਲਵ ਹੁੰਦਾ ਤਾਂ ਮੈਟਰ ਐਸਕੇਲੇਟ ਹੁੰਦਾ, ਇੱਕ ਹਾਇਰਾਰਕੀ ਹੁੰਦੀ ਹੈ। ਅਕਾਊਂਟਸ ਨੇ ਰਿਜ਼ੋਲਵ ਕੀਤਾ ਤਾਂ ਮੈਨੇਜਮੈਂਟ ਰਿਜ਼ੋਲਵ ਕਰੇਗੀ, ਮੈਨੇਜਮੈਂਟ ਰਿਜ਼ੋਲਵ ਕਰਨ ਆਏਗੀ ਜੇ ਸਾਰੇ ਲੋਕੀ ਉੱਚੀ ਚੀਖ ਰਹੇ ਹੋਣਗੇ, ਠੀਕ ਹੈ, ਤਾਂ ਮੈਨੇਜਮੈਂਟ ਵੀ ਕਿੱਥੋਂ ਰਿਜ਼ੋਲਵ ਕਰੇਗੀ, ਠੀਕ ਹੈ। ਹਾਊ ਕੈਨ ਆਈ ਟੈਲ 20 ਪੀਪਲ ਟੂ ਕੀਪ ਕੁਆਇਟ ਜਿਨ੍ਹਾਂ ਦੇ ਫੈਮਿਲੀ ਦੇ ਮੈਂਬਰ ਦੀ ਡੈਥ ਹੋਈ ਹੈ? ਮੈਂ ਨਹੀਂ ਕਹਿ ਸਕਦਾ ਨਾ, ਉਦਾਂ ਹੀ ਤੁਸੀਂ ਵੀ ਨਹੀਂ ਮੈਨੂੰ ਕਹਿ ਸਕਦੇ। ਇੰਨਾ ਵਿਨਮਰਤਾ ਤਾਂ ਸਾਡੇ 'ਚ ਹੋਣੀ ਚਾਹੀਦੀ ਹੈ ਨਾ। ਸਰ, ਉਹ ਪੈਸੇ ਦੀ ਵੀ ਡਿਮਾਂਡ ਨਹੀਂ ਕਰ ਰਹੇ, ਉਹ ਕਹਿੰਦੇ ਅਸੀਂ ਪੈਸੇ ਨਹੀਂ ਬੇਟਾ, ਲੈ ਅਸੀਂ ਰਹੇ। ਪੈਸੇ- ਜਿਹੜੀ ਤੁਹਾਡੀ ਮੈਨੇਜਮੈਂਟ ਦੇ ਕੋਲੋਂ ਗਲਤੀ ਹੋਈ ਹੈ, ਕਹਿੰਦੇ ਹਸਪੀਟਲ ਦੇ ਲੈਟਰ ਪੈਡ ਦੇ ਉੱਤੇ ਲਿਖ ਕੇ ਦੇ ਪਲੀਜ਼ ਟ੍ਰਾਈ ਐਂਡ ਅੰਡਰਸਟੈਂਡ। ਮੈਨੇਜਮੈਂਟ ਦੇ ਤੁਹਾਡੇ ਨਾਲ ਗੱਲ ਕਰਨ ਦਾ ਸਾਨੂੰ ਮੌਕਾ ਹੀ ਨਹੀਂ ਮਿਲਿਆ। ਮੈਂ ਡਾਕਟਰ ਨੀਰਜ ਤੇ ਇੱਕ ਹੋਰ ਡਾਕਟਰ ਹੈਗੇ ਜਿਨ੍ਹਾਂ ਦੇ ਥਰੂ ਪੇਸ਼ੈਂਟ ਆਇਆ ਸੀਗਾ, ਉਹਨਾਂ ਨਾਲ ਮੈਂ ਗੱਲ ਕੀਤੀ। ਕੋਈ ਡਾਕਟਰ ਨੀਰਜ ਨੀਰੇ ਨੇ ਕਸਰ ਨਹੀਂ ਕੀਤਾ। ਅੱਛਾ, ਉਹ ਤਾਂ ਉਦਾਂ ਜਿੱਦਾਂ ਮੇਰਾ ਬ੍ਰਦਰ ਉਹ ਹੈ ਰਿਪੋਰਟਾਂ ਦੇ ਕੋਈ ਪੈਸਾ ਇੱਕ ਮਿੰਟ, ਠੀਕ ਹੈ। ਉਹਨਾਂ ਨੇ ਜੋ ਮੇਰਾ ਬਿਊਰਾ ਹੈਗਾ, ਜਿੰਨਾ ਮਾੜਾ ਮੋਟਾ ਮੈਂ ਸਮਝ ਪਾਇਆ ਪੈਸੇ, ਠੀਕ ਹੈ, ਉਹਨਾਂ ਮੈਂ ਦੱਸ ਰਿਹਾ, ਠੀਕ ਹੈ। ਬਾਕੀ ਆਬਵੀਅਸ ਜੀ ਗੱਲ ਹੈ, ਤੁਸੀਂ ਸਾਨੂੰ ਥੋੜਾ ਹੋਰ ਟਾਈਮ ਦੇ ਦੋਗੇ ਤਾਂ ਆਪਾਂ ਹੋਰ ਸਮਝ ਕੇ ਤੁਹਾਡੇ ਨਾਲ ਗੱਲ ਕਰ ਲਵਾਂਗੇ। ਇਟਸ ਐਸ ਸਿੰਪਲ ਐਸ ਮੈਂ 2 ਘੰਟੇ ਹੋ ਗਏ ਸਾਨੂੰ, 2 ਘੰਟੇ ਹੋ ਗਏ, ਮੈਂ ਕੁਝ ਨਹੀਂ ਆਕੇ ਕੋਈ ਪੈਸੇ ਦੀ ਗੱਲ ਨਹੀਂ ਕੀਤੀ। ਇਹਨਾਂ ਨੇ ਲੈਬੋਰਟਰੀ ਚਾਰਜ ਇਹਨਾਂ ਦੀ ਸਾਰੀ ਰਿਪੋਰਟਸ ਵਿਨੋਦ ਜੀ, ਠੀਕ ਹੈ। ਇਹਨਾਂ ਦੀ ਸਾਰੀ ਰਿਪੋਰਟਸ ਜਿਹੜੀਆਂ ਹੈਗੀਆਂ ਜੋ ਹੋਈਆਂ ਨੇ, ਹੁਣ ਤੁਸੀਂ ਆਏ ਤਾਂ ਹੁਣ ਆ ਰਹੀ ਹੈ, ਉਦੋਂ ਦੇ 2 ਘੰਟੇ ਨਹੀਂ ਮੈਂ ਤੁਹਾਨੂੰ ਕੀ ਕਹਿ ਕੇ ਗੱਲ ਕਰਾਂ ਜਿਹਦੇ ਨਾਲ ਤੁਸੀਂ ਸੈਟੀਸਫਾਈਡ ਹੋਗੇ? ਬਿਕੋਜ਼ ਪਿਛਲੀ ਵਾਰੀ ਤੁਸੀਂ ਬੜੇ ਮੈਂ ਭਾਈ ਸਾਹਿਬ ਕਹਿ ਦੇਣਾ, ਭਾਈ ਸਾਹਿਬ ਬੜਾ ਚੰਗਾ ਵਰਡ ਹੁੰਦਾ ਬੇਟਾ ਪੰਜਾਬੀ ਚ। ਹਾਂ ਬਿਲਕੁਲ ਠੀਕ ਹੈ। ਤੁਸੀਂ ਆਪਣਾ ਨਾਮ ਦੱਸੋ ਤਾਂ ਮੈਂ ਨਾ ਕਹਾਂਗਾ। ਤੈਨੂੰ ਕਿਹਾ ਸੀ, ਮੈਂ ਤੁਹਾਨੂੰ ਜੀ ਕਹਿ ਕੇ ਗੱਲ ਕਰ ਰਿਹਾ ਸੀ। ਤੁਸੀਂ ਮੈਨੂੰ ਆਪਣਾ ਨਾਮ ਦੱਸੋਗੇ ਤਾਂ ਮੈਂ ਤੁਹਾਨੂੰ ਜੀ ਕਰਕੇ ਗੱਲ ਕਰ ਰਿਹਾ। ਜੋ ਤੈਨੂੰ ਕਿਹਾ ਸੀ ਉਦੋਂ ਮੈਂ ਉੱਚੀ ਬੋਲਿਆ, ਠੀਕ ਹੈ। ਪੰਜਾਬੀਆਂ ਦੀ ਆਦਤ ਹੁੰਦੀ ਉੱਚੀ ਬੋਲਣ। ਮੈਂ ਤੁਹਾਨੂੰ ਚੁੱਪ ਕਰੀ। ਉੱਚਾ ਬੋਲਣ ਦਾ ਕੋਈ ਫਰਕ ਨਹੀਂ ਹੋਏਗਾ ਤੁਹਾਨੂੰ। ਸਿਰਫ ਇਹੀ ਸੀ, ਮੈਂ ਤੁਹਾਨੂੰ ਇਹੀ ਕਿਹਾ ਸੀ। ਮੈਂ ਤੁਹਾਨੂੰ ਇਹੀ ਗੱਲ ਕਹੀ ਹੈ। ਹੁਣ ਗੱਲ ਹੋਈ, ਜੇ ਤੁਹਾਡੇ ਕੋਲ ਗਲਤੀ ਹੋ ਗਈ ਹੈ ਬਿਲਿੰਗ ਤੇ ਸਾਨੂੰ ਲਿਖ ਕੇ ਦੇ ਦਿਓ, ਸਾਨੂੰ ਅਸੀਂ ਪੈਸੇ ਨਹੀਂ ਦੇਦਾ। ਉਹ ਕਹਿੰਦਾ ਪੈਸੇ ਲੈ ਲਓ, ਅਸੀਂ ਲਿਖ ਕੇ ਨਹੀਂ ਦੇ ਸਕਦੇ। ਸਾਨੂੰ ਅਥਾਰਟੀ ਨਹੀਂ, ਅਸੀਂ ਲਿਖ ਕੇ ਨਹੀਂ ਦੇ ਮੈਂ ਪੈਸੇ ਲੈ ਤੁਹਾਨੂੰ ਲਓ। ਦੇਖੋ, ਮੈਂ ਇਸ ਵੇਲੇ ਮੈਂ ਸਿੰਪਲ ਜੀ ਗੱਲ ਦੱਸਾਂਗਾ। ਇਹਨਾਂ ਨੂੰ ਰਸੀਦ ਚਾਹੀਦੀਆਂ ਨੇ, ਠੀਕ ਹੈ। ਹੁਣ ਮੇਰੇ ਕੋਲ ਕੁਛ ਰੁਪਏ ਬਿੱਲ ਤੁਸੀਂ ਇਹਨਾਂ ਵੱਲ ਦੱਸਣਾ ਤਾਂ ਪੈਣਾ ਹੀ ਹਸਪੀਟਲ ਦੀ ਗੱਲ। ਕੁਛ ਰੁਪਏ ਮੇਰੇ ਕੋਲ ਜੋ ਘੱਟ ਹੋਏ, ਮੈਨੂੰ ਬਿੱਲ 27,800 ਰੁਪਏ ਦਾ। ਮੈਂ ਸਾਡਾ ਪੱਖ ਦਿਖਾ ਦਿਓ। ਗੱਲ ਕਰ ਲਓ ਤੁਸੀਂ, ਇੱਥੇ ਕੰਮ ਚੱਲਣ ਦਿਓ। ਸਾਈਡ ਤੇ ਮਾੜਾ ਕੰਮ ਚੱਲਣ ਦਿਓ। ਹਾਂਜੀ ਸਰ ਅਸੀਂ ਮੈਂ ਉਹਨਾਂ ਬੇਟਾ ਹਾਫ ਹੀ ਮਿੰਟ ਲਵਾਂਗਾ, ਠੀਕ ਹੈ। ਤੁਹਾਡਾ ਵੀ ਟਾਈਮ ਬੜਾ ਕੀਮਤੀ ਹੈ। ਠੀਕ ਹੈ। ਮੈਂ ਜੋ ਸਮਝ ਪਾਇਆ, ਇਹਨਾਂ ਨੂੰ ਰਸੀਦਾਂ ਚਾਹੀਦੀਆਂ ਨੇ, ਠੀਕ ਹੈ। ਅਕਾਊਂਟਸ ਨੇ ਰਸੀਦਾਂ ਟਾਈਮ ਸਿਰ ਨਹੀਂ ਪ੍ਰੋਵਾਈਡ ਕੀਤੀਆਂ, ਇਸ ਕਰਕੇ ਪਰੇਸ਼ਾਨ ਨੇ। ਇਹ ਇੰਨੀ ਵੱਡੀ ਗਲਤੀ ਨਹੀਂ, ਠੀਕ ਹੈ, ਕਿ ਆਪਾਂ ਹਸਪਤਾਲ ਦਾ ਉਪਦਰਵ ਪਾ ਦਈਏ, ਹਸਪਤਾਲ ਦਾ ਕੰਮ ਰੋਕ ਦਈਏ। ਰਸੀਦਾਂ ਇਹਨਾਂ ਨੂੰ ਮਿਲ ਜਾਣਗੀਆਂ, ਠੀਕ ਹੈ। ਜੇ ਸਾਨੂੰ ਟਾਈਮ ਦੇਣਗੇ ਇਸ ਸਿਚੁਏਸ਼ਨ ਨੂੰ ਰਿਜ਼ੋਲਵ ਕਰਨ ਦਾ ਮਿਲ ਜਾਣਗੇ। ਦੂਜੀ ਗੱਲ, ਪੇਸ਼ੈਂਟ ਦਾ ਕੋਈ ਮੈਡੀਕਲ ਇਸ਼ੂ ਨਹੀਂ ਹੈਗਾ, ਉਹ ਆਪਾਂ ਆਲਰੇਡੀ ਰਿਜ਼ੋਲਵ ਕਰ ਚੁੱਕੇ ਹਾਂ। ਦੇयर ਵਾਸ ਨੋ ਮੈਡੀਕਲ ਇਸ਼ੂ, ਠੀਕ ਹੈ। ਜੇ ਹੁੰਦਾ ਤਾਂ 11 ਤਰੀਕ ਨੂੰ ਗੱਲ ਸਾਹਮਣੇ ਆਏਗੀ। ਇਹ ਗੱਲ ਤਾਂ ਮੰਨਦੇ ਹੋ ਤੁਸੀਂ? ਤੀਜੀ ਗੱਲ, ਠੀਕ ਹੈ, ਜੋ ਇਹਨਾਂ ਨੂੰ ਲੱਗ ਰਿਹਾ, ਠੀਕ ਹੈ, ਕਿ ਅਕਾਊਂਟਿੰਗ ਡਿਪਾਰਟਮੈਂਟ ਦੀ ਗਲਤੀ ਹੈ, ਸਾਨੂੰ ਟਾਈਮ ਤਾਂ ਉਹ ਤਫਤੀਸ਼ ਕਰਨ ਦਾ। ਜੇ ਅਕਾਊਂਟਿੰਗ ਡਿਪਾਰਟਮੈਂਟ ਦੀ ਗਲਤੀ ਹੈ, ਠੀਕ ਹੈ, ਤਾਂ ਆਪਾਂ ਉਸ ਚੀਜ਼ ਨੂੰ ਮੰਨਾਂਗੇ। ਸਾਨੂੰ ਇੱਕ ਦਿਨ ਚਾਹੀਦਾ ਹੋਵੇਗਾ। ਕੰਪਿਊਟਰ ਵੀ ਬੇਟਾ 500 ਕੰਪਿਊਟਰ ਲੱਗੇ ਹੋਏ ਨੇ ਹਸਪਤਾਲ, ਸਾਨੂੰ ਦੇਖਣਾ ਪਏਗਾ। ਉਨੀ ਦੇਰ ਇਹਨਾਂ ਨੇ ਜੋ ਕਰਨਾ ਕਾਨੂੰਨੀ ਤੌਰ ਤੇ ਕਰਨ, ਠੀਕ ਹੈ। ਹਸਪਤਾਲ ਚਾਹੁੰਦਾ ਸੀ ਸਾਰੇ ਲਈ ਉਪਦਰਵ ਨਾ ਕਰਨ। ਇੰਨੀ ਮੇਰੀ ਗੁਜ਼ਾਰਿਸ਼ ਹੈ, ਠੀਕ ਹੈ। ਥੈਂਕ ਯੂ ਸਰ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਪਟੇਲ ਹਸਪਤਾਲ ਤੋਂ ਲਾਈਵ ਆ, ਜਿੱਥੇ ਕਿ 11 ਤਰੀਕ ਨੂੰ ਇੱਕ ਪੇਸ਼ੈਂਟ ਜਿਹੜਾ ਆ ਐਮਰਜੈਂਸੀ ਦੇ ਵਿੱਚ ਆਉਂਦਾ। ਪੇਸ਼ੈਂਟ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਕਾਰਨ ਪੇਸ਼ੈਂਟ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਜਨਾਂ ਨੂੰ ਜਦੋਂ ਬਿਲਸ ਦਿੱਤੇ ਜਾਂਦੇ ਨੇ ਉਹਦੇ ਵਿੱਚ ਕੁਝ ਗੜਬੜ ਹੁੰਦੀ ਹੈ, ਜਿਸ ਤੋਂ ਬਾਅਦ ਅੱਜ ਜਿਹੜੇ ਪਰਿਜਨ ਨੇ ਇੱਥੇ ਪਹੁੰਚਦੇ ਆ ਤਾਂ ਪਟੇਲ ਹਸਪੀਟਲ ਦੇ ਜਿਹੜੇ ਸਟਾਫ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਬੁਲਾਇਆ। ਸੋ ਫਿਲਹਾਲ ਅਸੀਂ ਗੱਲ ਕੀਤੀ ਡਾਕਟਰ ਸਾਹਿਬ ਦੇ ਨਾਲ, ਤਾਂ ਉਹਨਾਂ ਨੇ ਵੀ ਇਹੀ ਗੱਲ
ਕਿ ਅਸੀਂ ਜੇ ਬਿਲਿੰਗ ਦੇ ਵਿੱਚ ਕੋਈ ਗਲਤੀ ਹੈ ਤੇ ਅਸੀਂ ਅਕਾਊਂਟਸ ਡਿਪਾਰਟਮੈਂਟ ਦੇ ਜਿੰਨੇ ਵੀ ਨੁਮਾਇੰਦੇ ਆ ਉਹਨਾਂ ਨਾਲ ਗੱਲ ਕਰਕੇ ਇਸ ਨੂੰ ਸੌਲਟ ਆਊਟ ਕਰਾਂਗੇ। ਲੇਕਿਨ ਪਰਿਜਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੇ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨਾਲ ਬਦਤਮੀਜ਼ੀ ਕੀਤੀ ਤੇ ਫਿਰ ਜਦੋਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਉਹਨਾਂ ਨੇ ਅਕਾਊਂਟ ਦੇ ਵਿੱਚ ਗਲਤੀ ਕੀਤੀ ਆ ਤਾਂ ਉਹਨਾਂ ਨੂੰ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰਨ ਦੇ ਲਈ ਕਿਹਾ ਗਿਆ। ਸੋ ਤੁਸੀਂ ਲਾਈਵ ਤਸਵੀਰਾਂ ਪਟੇਲ ਹਸਪਤਾਲ ਦੀਆਂ ਇਸ ਵੇਲੇ ਦੇਖ ਸਕਦੇ ਹੋ। ਅਸੀਂ ਕਾਰਵਾਈ ਹਸਪਤਾਲ ਤੇ ਕੋਈ ਨਹੀਂ ਚਾਹੁੰਦੇ ਕਾਰਨ ਨਹੀਂ ਅਸੀਂ ਇਸ ਕਰਕੇ ਅਸੀਂ ਕਿਸੇ ਗਰੀਬ ਬੰਦੇ ਨਾਲ ਇਹ ਨਾ ਹੋਵੇ ਕਾਰਵਾਈ ਉਸ ਬੰਦੇ ਨੇ ਕਰਨ ਕੀ ਆਪਾਂ ਇੰਨੀ ਵੀ ਇੱਜ਼ਤ ਵੱਡੀ ਬੰਦੇ ਬਣੇ ਕਿਤੇ ਕਾ ਤੋਂ ਹੋ ਆਪਾਂ ਕਰਨਾ ਕੋਈ ਨਹੀਂ ਬਚਾਓ ਕਰ ਲਓ ਚਲੋ ਭਾਈ ਉਹ ਮੇਰੇ ਐਵੇਂ ਕਿ ਮਾਰੀ ਜਾਂਦੇ ਕਾਰਵਾਈ ਨਹੀਂ ਕਰਨੀ ਅਸੀਂ ਹੁਣ ਤੇ ਕਰਨੀ ਉਹਨਾਂ ਨੇ ਪੈਸੇ ਸਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਕਰਨੀ ਹੁਣ ਕਾਰਵਾਈ ਅਸੀਂ ਕਾਰਵਾਈ ਕਰਾਂਗੇ। ਮੇਰਾ ਭਰਾ ਦੁੱਖ ਜੇ ਤੈਨੂੰ ਦੁੱਖ ਲੱਗਾ ਤਾਂ ਅਸੀਂ ਖੜੇ ਆਏ ਆ ਭਾਜੀ ਮੈਂ ਉਹੀ ਤੇ ਭਾਈ ਸਾਹਿਬ ਦਾ ਫੋਨ ਆਇਆ ਅਸੀਂ ਆਏ ਆ ਅਸੀਂ ਇਹਨਾਂ ਤੇ ਕਾਰਵਾਈ ਕਰਨੀ ਅਸੀਂ ਪੈਸੇ ਨਹੀਂ ਲੈਣੇ ਸਾਨੂੰ ਰਿਟਰਨ ਦੇ ਵਿੱਚ ਚਾਹੀਦਾ ਅਸੀਂ ਇਹੀ ਕਹਿੰਦੇ ਜੀ ਰਿਟਰਨ ਦੇ ਚਾਹੀਦਾ ਗੇਟ ਬੈਠੋ ਨਾ ਗੇਟ ਦੇ ਬਾਹਰ ਬੈਠੋ ਗਲਤੀ ਬਾਹਰ ਬੈਠੋ ਤੇ ਜਾ ਕੇ ਸੜਕ ਬਲੌਕ ਕਰੋ ਥੋੜੀ ਇਹਨਾਂ ਕੋ BMW ਗੱਡੀ ਹੁੰਦੀ ਹੈ ਐਸੇ ਪੈਸੇ ਦੀ ਹੁੰਦੀ ਹੈ ਜਿਹੜੇ ਲੋਕਾਂ ਦਾ ਧੱਕਾ ਲਾਉਂਦੇ ਆ 5-5 ਲੱਖ ਰੁਪਏ ਤਨਖਾਹ ਹੈ ਡਾਕਟਰਾਂ ਦੀ ਇਹਦੇ ਪੁੱਛਣ ਕਰਨਾ ਨਜ਼ਰ ਆ ਰਿਹਾ ਅਗਰ ਪਹਿਲਾਂ ਇੱਥੇ ਸੀਗੇ ਸਾਰੇ ਡਾਕਟਰ ਆ ਰਹੇ ਸੀਗੇ ਬੈਠ ਕੇ ਗੱਲ ਕਰ ਲੈਂਦੇ ਬੈਠ ਕੇ ਗੱਲ ਕਰ ਲੈਂਦੇ ਕਹਿੰਦੇ ਮੈਨੇਜਰ ਇਹਨਾਂ ਅਕਾਊਂਟ ਮੈਨੇਜਰ ਕਹਿੰਦਾ ਬੈਠੋ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਆ ਛੱਡੋ ਇੱਥੇ ਕਿਸੇ ਸਰ ਜਿਵੇਂ ਡਾਕਟਰ ਸਾਹਿਬ ਕਹਿ ਕੇ ਗਏ ਨੇ ਵੀ ਸਾਨੂੰ ਟਾਈਮ ਦਿਓ ਮੈਨੂੰ ਪਹਿਲਾਂ ਕਲੀਅਰ ਕਰਨ ਦਿਓ ਵੈਰੀਫਾਈ ਕਰਨ ਦਿਓ। 1 ਸੈਕਿੰਡ ਮੇਰਾ ਸਵਾਲ ਪੂਰਾ ਹੋਣਾ ਕਿ ਵੈਰੀਫਾਈ ਕਰ ਲੈਣ ਦਿਓ ਮੈਨੂੰ ਕਿ ਮੇਰੇ ਕਿਹੜੇ ਕਲੈਰੀਕਲ ਬੰਦੇ ਨੇ ਤੁਹਾਨੂੰ ਆਹ ਗੱਲ ਕਹੀ। 2 ਮਿੰਟ ਮੈਡਮ ਅਕਾਊਂਟ ਮੈਨੇਜਰ ਵੈਰੀਫਾਈ ਜੋ ਕਰਨਾ ਸੀ ਕਹਿੰਦੇ ਮੈਨੂੰ ਡੈਥ ਸਮਰੀ ਕਢਾ ਲਾਂ ਦਿਓ ਮੈਂ ਸਾਰੀ ਕਢਾ ਲਈ ਹੈ ਜੀ ਕੀ ਯੂਜ਼ ਹੋਇਆ ਇਹਦੇ ਵਿੱਚ ਲਿਖਿਆ ਹੋਇਆ 29 ਮੈਡੀਸਨ ਯੂਜ਼ ਹੋਈਆਂ ਤੁਸੀਂ ਆਪ ਸਮਝਦਾਰ ਹੋ 40 ਮਿੰਟ ਦੇ ਵਿੱਚ ਡੈਥ ਸਮਰੀ ਤੇ ਲਿਖਿਆ 29 ਮੈਡੀਸਨ ਯੂਜ਼ ਹੋ ਸਕਦੇ ਇੱਕ ਇੰਜੈਕਸ਼ਨ ਯੂਜ਼ ਹੋਇਆ ਮੈਂ ਆਪ ਅੰਦਰ ਆਈਸੀਯੂ ਉਹ ਕਹਿੰਦੇ ਤਾਂ ਪਏ ਕਿ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਸਾਰੇ ਹੱਲ ਕਰ ਦੇਵਾਂਗੇ। ਉਹਨਾਂ ਨੇ ਜਵਾਬ ਦਿੱਤਾ ਸੀ ਮੈਮ ਕਹਿੰਦੇ ਦੱਸੋ ਕਿੰਨੇ ਪੈਸੇ ਲੈਣੇ ਉਹਨਾਂ ਨੇ ਸਾਨੂੰ ਅਕਾਊਂਟ ਮੈਨੇਜਰ ਨੇ ਕਿਹਾ ਦੱਸੋ ਕਿੰਨੇ ਪੈਸੇ ਲੈਣੇ ਜਵਾਬ ਦੇ ਦਿੱਤਾ ਸਾਨੂੰ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਤੁਸੀਂ ਪੈਸੇ ਲੈ ਲਓ ਰੋਲਾ ਨਾ ਪਾਓ ਮੈਡਮ 2 ਘੰਟੇ ਹੋ ਗਏ ਆ ਸਾਈਡ ਤੇ 2 ਘੰਟੇ ਹੋ ਗਏ ਆ ਅਸੀਂ ਰਿਪੋਰਟ ਮੰਗੀ ਹੈ ਜਿਹੜਾ ਟੈਸਟ ਕਰਾਇਆ ਉਹ ਰਿਪੋਰਟ ਮੰਗੀ ਉਹ ਰਿਪੋਰਟ ਨਹੀਂ ਅਜੇ ਤੱਕ ਆਈ 2 ਘੰਟੇ ਹੋ ਗਏ ਲੈਬੋਰਟਰੀ ਦੀ ਅਜੇ ਤੱਕ ਆਈ ਨਹੀਂ ਰਿਪੋਰਟ ਨਹੀਂ ਆਈ ਅਸੀਂ ਟੈਸਟਾਂ ਦੀ ਰਿਪੋਰਟ ਮੰਗੀ ਆਣ ਕੇ ਉਹ ਟੈਸਟਾਂ ਦੀ ਰਿਪੋਰਟ ਨਹੀਂ ਆਈ ਪ੍ਰੋਫੈਸ਼ਨਲ ਚਾਰਜਿਸ ਬਾਈ ਡਾਕਟਰ ਆਇਆ ਮੈਂ ਕਿਹਾ ਮੈਨੂੰ ਡਾਕਟਰ ਦਾ ਨੰਬਰ ਦਿਓ ਨਾਮ ਦਿਓ ਜਿਹੜਾ ਡਾਕਟਰ ਆਇਆ ਕਿਉਂਕਿ ਮੈਂ ਉੱਥੇ ਸੀ ਅੰਦਰ ਆਈਸੀਯੂ 'ਚ ਸੀਗਾ ਮੈਂ ਤਾਂ ਕਿਸੇ ਡਾਕਟਰ ਨੂੰ ਦੇਖਿਆ ਨਹੀਂ ਪ੍ਰੋਫੈਸ਼ਨਲ ਹੀ ਆਇਆ ਹੋਵੇ ਇਹਨਾਂ ਦੇ ਕੈਮਰੇ ਦੀ ਫੁਟੇਜ ਆ ਅਗਰ ਡਾਕਟਰ ਕੋਈ ਆਇਆ ਹੋਇਆ ਤੇ ਅਸੀਂ ਕੇਸ ਵਾਪਸ ਲੈ ਲਾਂਗੇ ਅਸੀਂ ਹੋਰ ਪੈਸੇ ਦੇ ਜਾਂਦੇ ਇਹਨਾਂ ਨੂੰ ਪਾਗਲ ਬਣਾ ਰਹੇ ਆ ਉਹਦੇ ਕਦੀ ਕਿਸੇ ਡਾਕਟਰ ਨੂੰ ਭੇਜ ਰਿਹਾ ਕਦੀ ਕਿਸੇ ਡਾਕਟਰ ਨੂੰ ਭੇਜ ਰਿਹਾ ਐਮਡੀ ਆਪ ਕਿਉਂ ਨਹੀਂ ਆ ਰਿਹਾ ਹਸਪੀਟਲ ਦਾ ਉਹ ਕਦੀ ਕਿਸੇ ਨੂੰ ਭੇਜ ਰਿਹਾ ਕਦੀ ਕਿਸੇ ਨੂੰ ਭੇਜ ਰਿਹਾ ਕਿ ਕੇਸ ਖਤਮ ਹੋ ਜਾਵੇ ਐਮਡੀ ਹੁਣ ਤੱਕ ਕਿਉਂ ਨਹੀਂ ਆਇਆ 2 ਘੰਟੇ ਹੋ ਚੱਲੇ ਕਹਿੰਦੇ ਜੋ ਮੈਨੇਜਰ ਦੀ ਕੀ ਅਥਾਰਟੀ ਪੈਸੇ ਦੇਣ ਦੀ ਜੇ ਉਹਦੀ ਪੈਸੇ ਲੈਣ ਦੀ ਅਥਾਰਟੀ ਜੇ ਤੁਸੀਂ ਕਿਹਾ ਹੀ ਹੋਊਗਾ ਉਹਨੇ ਆਪਣੀ ਤਨਖਾਹ ਚੋਂ ਨਹੀਂ ਸਾਨੂੰ ਪੈਸੇ ਦੇਣੇ ਜੇ ਕਿਸੇ ਨੇ ਕਿਹਾ ਉਹਨੂੰ ਕਿ ਹਾਂ ਵੀ ਰਫਾ ਦਫਾ ਕਰਦੇ ਪੈਸੇ ਦੇ ਕੇ ਰਫਾ ਦਫਾ ਕਰ ਸਾਡੀ ਉਹਨੇ ਕਿਹਾ ਕੋਈ ਮੁਲਾਜ਼ਮ ਆਪਣੇ ਕੋਲੋਂ ਤਾਂ ਨਹੀਂ ਕਹਿ ਸਕਦਾ ਇਹ ਕਿੰਨਾ 4 ਨੰਬਰ ਲੱਗਦਾ ਇੱਥੇ ਆ ਲਿਖ ਕੇ ਦਿਓ ਦੇਖ ਸਕਦੇ ਹੋ ਕਿ ਲਗਾਤਾਰ ਪਰਿਜਨ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਰਿਟਨ ਦੇ ਵਿੱਚ ਜਿਹੜੀ ਇਹਨਾਂ ਤੋਂ ਗਲਤੀ ਹੋਈ ਆ ਜਿਹੜੇ ਹਸਪਤਾਲ ਦੇ ਲੈਟਰ ਪੈਡ ਉੱਤੇ ਉਹਨਾਂ ਨੂੰ ਲਿਖਿਤ ਦੇ ਵਿੱਚ ਦਿੱਤਾ ਜਾਵੇ ਕਿ ਇਹਨਾਂ ਕੋਲੋਂ ਬਿਲਿੰਗ ਦੇ ਵਿੱਚ ਗਲਤੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਪਟੇਲ ਹਸਪਤਾਲ ਦਾ ਹੈ ਜਿੱਥੇ ਦੀਆਂ ਸਾਨੂੰ ਇਸ ਵੇਲੇ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ 11 ਤਰੀਕ ਨੂੰ ਇੱਕ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਆਉਂਦਾ ਜਿਹਨੂੰ ਕਿ ਪਹਿਲਾਂ ਵੀ 2-3 ਹਸਪਤਾਲਾਂ ਤੋਂ ਜਵਾਬ ਦਿੱਤਾ ਜਾਂਦਾ ਹੈ। ਇੱਥੇ ਆਉਣ ਤੋਂ ਬਾਅਦ ਉਹਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਜਿਹੜੇ ਪੇਸ਼ੈਂਟ ਨੇ ਅੱਜ ਗੜਬੜ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਹਸਪਤਾਲ ਦੇ ਲੈਟਰ ਪੈਡ ਦੇ ਉੱਤੇ ਲਿਖਿਤ ਦੇ ਵਿੱਚ ਲਿਖਿਆ ਜਾਵੇ ਕਿ ਉਹਨਾਂ ਦੀ ਗਲਤੀ ਹੈ। ਲੇਕਿਨ ਜਦੋਂ ਇੱਥੇ ਪਹੁੰਚਦੇ ਆ ਤਾਂ ਉਹਨਾਂ ਨਾਲ ਜਿਹੜਾ ਖਰਾਬ ਆ ਉਹ ਵਧੀਆ ਨਹੀਂ ਕੀਤਾ ਜਾਂਦਾ ਬਦਸਲੂਕੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਵੱਧਦਾ। ਸਾਨੂੰ ਅਸੀਂ ਡਾਕਟਰ ਸਾਹਿਬ ਨਾਲ ਵੀ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਹਸਪਤਾਲ ਦੇ ਅਕਾਊਂਟਸ ਡਿਪਾਰਟਮੈਂਟ ਦੀ ਗਲਤੀ ਹੈ ਤੇ ਉਹਦੀ ਪੂਰੀ ਜਾਂਚ ਕੀਤੀ ਜਾਵੇਗੀ
ਲੇਕਿਨ ਉਸ ਦੇ ਲਈ ਉਹਨਾਂ ਨੂੰ ਕੁਝ ਸਮਾਂ ਚਾਹੀਦਾ। ਉੱਥੇ ਹੀ ਪਰਿਜਨਾਂ ਦਾ ਕਹਿਣਾ ਇਹ ਹੈ ਕਿ ਹਸਪਤਾਲ ਦੇ ਜਿਹੜਾ ਸਟਾਫ ਹੈ ਉਹਨਾਂ ਨਾਲ ਉਹਨਾਂ ਵੱਲੋਂ ਬਦਤਮੀਜ਼ੀ ਕੀਤੀ ਗਈ ਹੈ, ਜਿਸ ਤੋਂ ਬਾਅਦ ਮਾਮਲਾ ਜਿਹੜਾ ਪਰਿਜਨਾਂ ਨਾਲ ਭਖਦਾ ਹੋਇਆ ਨਜ਼ਰ ਆਇਆ। ਉਹਨਾਂ ਦਾ ਕਹਿਣਾ ਇਹ ਹੈ ਕਿ ਲਿਖਤ ਦੇ ਵਿੱਚ ਦਿੱਤਾ ਜਾਵੇ ਕਿ ਇਹ ਗਲਤੀ ਜਿਹੜੀ ਹੈ ਹਸਪਤਾਲ ਦੇ ਅਕਾਊਂਟਸ ਡਿਪਾਰਟਮੈਂਟ ਕੋਲੋਂ ਹੋਈ ਹੈ। ਸਾਡੇ ਸਾਹਮਣੇ ਹੋਵੇ ਤੇਰਾ ਬੱਚਾ ਪੂਰਾ ਹੋਵੇ ਤੈਨੂੰ ਅਸੀਂ ਆਫਰ ਕਰਾਂਗੇ।